ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਬਲਿਹਾਰੀ ਗੁਰ ਆਪਣੇ, ਦਿਉਹਾੜੀ ਸਦਬਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਵਾਹਿਗੁਰੂ ਸਾਹਿਬ ਜੀ। ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋਂ ਭਵਿਖੀਆਂ ਜਾਏ। ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਪਰਮ ਸਤਿਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਅੰਮ੍ਰਿਤ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਸਤਿਗੁਰੂ ਜੀ ਦੀ ਪਾਵਨ ਬਾਣੀ ਨਾਲ ਜੁੜ ਬੈਠੇ ਸਤਿਕਾਰਯੋਗ ਵਡਭਾਗੀ ਸਤ ਸੰਗੀ ਜਨੋ, ਆਪ ਜੀ ਨੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਪਾਵਨ ਬਾਣੀ ਸ਼੍ਰੀ ਆਨੰਦ ਸਾਹਿਬ ਜੀ ਦੇ ਵਿੱਚੋਂ ਲੜੀਵਾਰ 22 ਨੰਬਰ ਪਾਵਨ ਪੌੜੀ ਦਾ ਪਾਠ ਆਪ ਜੀ ਨੇ ਸ਼੍ਰਵਣ ਕੀਤਾ ਹੈ। ਜਿਸ ਪਾਵਨ ਵਿਚਾਰ ਦੇ ਨਾਲ ਸਾਂਝ ਪਾਵਾਂਗੇ, ਜੁੜਾਂਗੇ, ਸੋ ਗੁਰਬਾਣੀ ਦੀ ਪਾਵਨ ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ ਆਓ ਆਪਣੀ ਰਸਨਾ ਨੂੰ ਕਰੀਏ ਪਵਿੱਤਰ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਮਰਦਾਸ ਸਾਹਿਬ ਜੀ ਨੇ ਬੜਾ ਹੀ ਪਿਆਰਾ ਉਪਦੇਸ਼, ਬੜੀ ਪਿਆਰੀ ਵਿਚਾਰ ਮਾਲਿਕ ਜੀ ਨੇ ਸਾਨੂੰ ਅੱਜ ਬਖਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ 21 ਨੰਬਰ ਪਾਵਨ ਪੌੜੀ ਵਿੱਚ ਜੋ ਵਿਚਾਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਸੀ ਕਿ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉਂ ਰਹੇ ਗੁਰ ਨਾਲੇ। ਸਤਿਗੁਰੂ ਜੀ ਕਹਿੰਦੇ ਨੇ ਕਿ ਭਲਿਆ ਜੇਕਰ ਤੂੰ ਸਤਿਗੁਰੂ ਦੇ ਸਾਹਮਣੇ ਖਲੋਣ ਜੋਗਾ ਹੋਣਾ ਆ, ਟਿਕਣ ਜੋਗਾ ਹੋਣਾ ਆ, ਕਿ ਤੇਰੇ ਜੀਵਨ ਦੇ ਅੰਦਰ ਕੋਈ ਖੋਟ ਨਾ ਹੋਵੇ, ਕਿਸੇ ਖੋਟ ਦੇ ਕਰਕੇ ਔਗਣਾ ਕਰਕੇ ਮੈਨੂੰ ਗੁਰੂ ਅੱਗੇ ਸ਼ਰਮਿੰਦਾ ਨਾ ਹੋਣਾ ਪਵੇ, ਝੁਕਣਾ ਨਾ ਪਵੇ,
ਪਾਤਸ਼ਾਹ ਜੀ ਕਹਿੰਦੇ ਨੇ ਫਿਰ ਸੱਚੇ ਦਿਲੋਂ ਗੁਰੂ ਦੇ ਚਰਨਾਂ ਨਾਲ ਜੁੜ ਜਾ। ਫਿਰ ਤੇਰਾ ਜੀਵਨ ਜਿਹੜਾ ਨਾ ਗੁਰੂ ਦੇ ਸਨਮੁਖ ਹੋ ਜਾਵੇਗਾ, ਗੁਰੂ ਦੇ ਤੂੰ ਨੇੜੇ ਹੋ ਜਾਵੇਂਗਾ। ਪਾਤਸ਼ਾਹ ਜੀ ਨੇ ਉਹ ਅੱਜ ਵਿਚਾਰ ਬਖਸ਼ਿਸ਼ ਕੀਤੇ ਨੇ। ਮਾਲਕ ਨੇ ਕਹਿੰਦੇ ਨੇ ਜਿਹੜਾ ਮਨੁੱਖ ਗੁਰੂ ਤੋਂ ਬੇਮੁਖ ਹੈ ਉਹ ਆਪਣੇ ਜੀਵਨ ਦੇ ਅੰਦਰ ਕਦੇ ਵੀ ਆਨੰਦ ਪ੍ਰਾਪਤ ਨਹੀਂ ਕਰ ਸਕਦਾ, ਉਹਦਾ ਜੀਵਨ ਕਦੇ ਵੀ ਸੁਖੀ ਨਹੀਂ ਹੋ ਸਕਦਾ। ਗੁਰੂ ਅਮਰਦਾਸ ਸਾਹਿਬ ਜੀ ਬਚਨ ਕਰਦੇ ਨੇ, ਜੇ ਕੋ ਗੁਰ ਤੇ ਬੇਮੁਖ ਹੋਵੇ। ਕਹਿੰਦੇ ਜੇਕਰ ਕੋਈ ਮਨੁੱਖ ਗੁਰੂ ਵੱਲੋਂ ਬੇਮੁਖ ਹੋ ਜਾਵੇ, ਬੇਮੁਖ ਭਾਵ ਜਿਹਦਾ ਮੁਖ ਗੁਰੂ ਵੱਲ ਨਹੀਂ ਹੈ, ਸਰੀਰ ਕਰਕੇ ਨਹੀਂ, ਸਰੀਰ ਕਰਕੇ ਤਾਂ ਸਾਰੇ ਆਪਣੇ ਮੁਖ ਗੁਰੂ ਵੱਲ ਕਰਕੇ ਬੈਠਦੇ ਆ। ਪਾਤਸ਼ਾਹ ਜੀ ਕਹਿੰਦੇ ਨੇ ਜਿਹਦਾ ਮੁਖ, ਜਿਹਦਾ ਮਨ ਗੁਰੂ ਵੱਲ ਨਹੀਂ ਹੈਗਾ, ਬੇਮੁਖ ਜਿਹੜਾ ਗੁਰੂ ਦੇ ਵੱਲੋਂ ਆਪਣਾ ਮੁਖ ਮੋੜ ਲੈਂਦਾ ਹੈ, ਜਿਹੜਾ ਗੁਰੂ ਦੀਆਂ ਵਿਚਾਰਾਂ ਦੇ ਨਾਲ ਆਪਣੇ ਜੀਵਨ ਨੂੰ ਨਹੀਂ ਜੋੜਦਾ, ਜਿਹੜਾ ਮਨੁੱਖ ਗੁਰੂ ਦੀਆਂ ਵਿਚਾਰਾਂ ਦੇ ਨਾਲੋਂ ਆਪਣਾ ਨਾਤਾ ਤੋੜ ਲੈਂਦਾ ਹੈ, ਜਿਹਨੂੰ ਗੁਰੂ ਦੀ ਵਿਚਾਰ ਚੰਗੀ ਨਹੀਂ ਲੱਗਦੀ, ਬੇਮੁਖ, ਉਹ ਗੁਰੂ ਤੋਂ ਬੇਮੁਖ ਹੈ। ਜੋ ਸਤਿਗੁਰੂ ਜੀ ਉਪਦੇਸ਼ ਕਰਦੇ ਨੇ, ਜੋ ਸਤਿਗੁਰੂ ਜੀ ਸਾਨੂੰ ਮੱਤ ਦਿੰਦੇ ਨੇ, ਸਮਝ ਦਿੰਦੇ ਨੇ, ਤੇ ਜੇਕਰ ਮਨੁੱਖ ਉਹਨੂੰ ਆਪਣੇ ਜੀਵਨ ਦੇ ਵਿੱਚ ਨਹੀਂ ਅਪਣਾਉਂਦਾ, ਉਹ ਕੋਣਾ ਬੇਮੁਖ। ਹੁਣ ਕਹਿੰਦੇ ਜੇ ਕੋ ਗੁਰ ਤੇ ਬੇਮੁਖ ਹੋਵੇ, ਕਹਿੰਦੇ ਜਿਹੜਾ ਵੀ ਮਨੁੱਖ ਗੁਰੂ ਤੋਂ ਬੇਮੁਖ ਆ, ਜਿਹਨੇ ਆਪਣੀਆਂ ਗੁਰੂ ਦੀਆਂ ਵਿਚਾਰਾਂ ਵੱਲੋਂ ਆਪਣੇ ਕੰਨ ਮੋੜ ਲਏ ਆ, ਆਪਣੇ ਕੰਨਾਂ ਦੇ ਨਾਲ ਗੁਰੂ ਦੀਆਂ ਵਿਚਾਰਾਂ ਨਹੀਂ ਸੁਣਦਾ, ਜਿਹਨੇ ਆਪਣਾ ਮੁਖ ਗੁਰੂ ਵਾਲੇ ਪਾਸਿਓਂ ਮੋੜ ਲਿਆ, ਜਿਹਨੇ ਆਪਣੇ ਕਦਮ ਗੁਰੂ ਦੇ ਦੱਸੇ ਹੋਏ ਮਾਰਗ ਉਤੇ ਚੱਲਣ ਤੋਂ ਰੋਕ ਲਏ ਨੇ। ਪਾਤਸ਼ਾਹ ਕਹਿੰਦੇ ਨੇ ਜੇ ਕੋ ਗੁਰ ਤੇ ਬੇਮੁਖ ਹੋਵੇ। ਹੁਣ ਬੇਮੁਖ ਤਾਂ ਉਹ ਵੀ ਆ ਜੋ ਸਤਿਗੁਰੂ ਜੀ ਉਪਦੇਸ਼ ਕਰਦੇ ਨੇ ਉਹਨੂੰ ਜੀਵਨ 'ਚ ਵਸਾ ਨਹੀਂ ਰਿਹਾ। ਪਾਤਸ਼ਾਹ ਜੀ ਕਹਿੰਦੇ ਭਾਈ ਮੜੀਆਂ ਕਬਰਾਂ ਦੀ ਪੂਜਾ ਨਾ ਕਰ। ਪਾਤਸ਼ਾਹ ਜੀ ਕਹਿੰਦੇ ਨਸ਼ਾ ਨਾ ਕਰ। ਗੁਰੂ ਦੀ ਬਾਣੀ ਕਹਿੰਦੀ ਮਾੜੇ ਕੰਮ ਨਾ ਕਰ। ਹੁਣ ਸਾਰੇ ਕੰਮ ਕੀਤੇ ਜਾ ਰਹੇ, ਉਹ ਹਰ ਮਨੁੱਖ ਬੇਮੁਖ ਹੈ ਜਿਹੜਾ ਗੁਰੂ ਦੀ ਵਿਚਾਰ ਨਾਲ ਸਹਿਮਤ ਨਹੀਂ ਹੈ, ਜਿਹੜਾ ਗੁਰੂ ਦੀ ਮੱਤ ਨਹੀਂ ਅਪਣਾ ਰਿਹਾ। ਉਹ ਕੋਈ ਵੀ ਹੋਵੇ, ਭਾਵੇਂ ਤੂੰ ਖੰਡੇ ਬਾਟੇ ਦੀ ਪੋਲ ਛਕੀ ਹੋਈ ਆ, ਜੇਕਰ ਫਿਰ ਵੀ ਤੂੰ ਗੁਰੂ ਦੀ ਵਿਚਾਰ ਨੂੰ ਨਹੀਂ ਮੰਨ ਰਿਹਾ ਨਾ, ਫਿਰ ਵੀ ਤੂੰ ਗੁਰੂ ਤੋਂ ਬੇਮੁਖ ਹੀ ਆ। ਬਾਹਰੋਂ ਵੇਖਣ ਨੂੰ ਤੂੰ ਗੁਰੂ ਵਾਲਾ ਲੱਗਦਾ, ਪਰ ਅੰਦਰੋਂ ਤੇਰਾ ਜੀਵਨ ਬੇਮੁਖਾਂ ਹੀ ਵਾਲਾ ਆ, ਕਿਉਂਕਿ ਤੂੰ ਗੁਰੂ ਦੀ ਮੱਤ ਦੇ ਨਾਲ ਤੇਰੀ ਮੱਤ ਮੇਲ ਨਹੀਂ ਖਾ ਰਹੀ, ਗੁਰੂ ਦੀ ਸਮਝ ਦੇ ਨਾਲ ਤੇਰੀ ਸਮਝ ਮੇਲ ਨਹੀਂ ਖਾ ਰਹੀ। ਤੂੰ ਆਪਣੀਆਂ ਵਿਚਾਰਾਂ ਲੈ ਕੇ ਗੁਰੂ ਕੋਲ ਆ ਰਿਹਾ, ਗੁਰੂ ਦੇ ਸਾਹਮਣੇ ਰੱਖ ਰਿਹਾ ਕਿ ਪਾਤਸ਼ਾਹ ਜੀ ਮੈਂ ਇਹਨਾਂ ਵਿਚਾਰਾਂ ਨੂੰ ਹੀ ਮੰਨ ਸਕਦਾ, ਮੈਂ ਤੁਹਾਡੀਆਂ ਵਿਚਾਰਾਂ ਨੂੰ ਮੰਨਣ ਵਾਸਤੇ ਆਪਣੀਆਂ ਵਿਚਾਰਾਂ, ਆਪਣੀ ਅਕਲ ਨੂੰ ਤਿਆਗ ਨਹੀਂ ਸਕਦਾ। ਉਹ ਹਰੇਕ ਮਨੁੱਖ ਬੇਮੁਖ ਆ ਜਿਹੜਾ ਗੁਰੂ ਦੀ ਮੱਤ ਨੂੰ ਅਪਣਾ ਹੀ ਨਹੀਂ ਆ। ਸਤਿਗੁਰੂ ਜੀ ਹਰ ਵੇਲੇ ਸਾਨੂੰ ਸੱਚ ਦੀ ਵਿਚਾਰ ਬਖਸ਼ਿਸ਼ ਕਰਦੇ ਨੇ, ਤੇ ਮਨੁੱਖ ਹਰ ਵੇਲੇ ਝੂਠ ਦੇ ਨਾਲ ਜੁੜਨ ਲਈ ਤਿਆਰ ਆ। ਜਿਹੜਾ ਸੱਚ ਨੂੰ ਛੱਡ ਕੇ ਜਾ ਰਿਹਾ ਉਹ ਗੁਰੂ ਤੋਂ ਬੇਮੁਖ ਹੀ ਆ। ਸਤਿਗੁਰੂ ਜੀ ਸਾਨੂੰ ਤਾਂ ਹਰ ਵੇਲੇ ਬੋਲੀਏ ਸੱਚ ਧਰਮ ਇਹ ਵਿਚਾਰ ਦਿੰਦੇ ਆ। ਸਤਿਗੁਰੂ ਜੀ ਸਾਨੂੰ ਹਰ ਵੇਲੇ ਚੰਗੀ ਵਿਚਾਰ ਦਿੰਦੇ ਆ, ਸਾਡੇ ਜੀਵਨ ਨੂੰ ਅਸੀਂ ਕਿਵੇਂ ਜਿਉਣਾ ਆ। ਪਾਤਸ਼ਾਹ ਜੀ ਸਾਨੂੰ ਵਹਿਮਾਂ ਭਰਮਾਂ ਚੋਂ ਕੱਢਦੇ ਆ, ਪਰ ਗੁਰੂ ਪਿਆਰ ਵਾਲਿਓ ਜੇਕਰ ਅਸੀਂ ਇਹਨਾਂ ਵਿਚਾਰਾਂ ਨੂੰ ਜੀਵਨ 'ਚ ਲਾਗੂ ਨਹੀਂ ਕਰਦੇ ਤਾਂ ਸਾਡਾ ਜੀਵਨ ਗੁਰੂ ਤੋਂ ਬੇਮੁਖ ਹੈ। ਅਸੀਂ ਗੁਰੂ ਤੋਂ ਬੇਮੁਖ ਆ, ਭਾਵੇਂ ਸਾਡਾ ਸਰੀਰ ਕਰਕੇ ਮੁਖ ਗੁਰੂ ਵੱਲ ਹੋਵੇ ਨਾ, ਪਰ ਜੇਕਰ ਸਾਡਾ ਮਨ ਅੰਦਰੋਂ ਗੁਰੂ ਨਾਲ ਨਹੀਂ ਜੁੜਿਆ ਹੋਇਆ ਨਾ, ਤੇ ਅਸੀਂ ਗੁਰੂ ਦੇ ਨੇੜੇ ਹੋ ਕੇ ਵੀ ਬੇਮੁਖ ਹੋ ਕੇ ਬੈਠੇ ਹੋਏ ਆ। ਪਾਤਸ਼ਾਹ ਕਹਿੰਦੇ ਨੇ ਜੇ ਕੋ ਗੁਰ ਤੇ ਬੇਮੁਖ ਹੋਵੇ। ਮਾਲਕ ਜੀ ਕਹਿੰਦੇ ਜਿਹੜੇ ਬੇਮੁਖ ਹੋ ਜਾਂਦੇ ਨੇ, ਬੇਮੁਖ ਹੋਏ RAM ਤੇ ਲਗਨ ਜਨਮ ਵਿਜੋਗ, ਕਹਿੰਦੇ ਉਹਨਾਂ ਦਾ ਵਿਛੜਾ ਪੈ ਜਾਂਦਾ ਆ। ਜਿਹੜੇ RAM ਤੋਂ ਬੇਮੁਖ ਹੋ ਜਾਂਦੇ ਨੇ, ਜਿਹੜੇ ਆਪਣੇ ਮੁਖ ਉਸ RAM ਵੱਲ ਨਹੀਂ ਕਰਦੇ, ਜਿਹੜਾ ਸੰਸਾਰ ਵਿੱਚ ਰਮਿਆ ਹੋਇਆ, ਜਿਹੜਾ ਪਰਮੇਸ਼ਰ ਸਾਰੇ ਵਿੱਚ ਵਸਿਆ ਹੋਇਆ, ਜਿਹੜੇ ਆਪਣੇ ਮਨ ਨੂੰ ਉਹਦੇ ਨਾਲ ਨਹੀਂ ਜੋੜਦੇ,
ਉਹਨਾਂ ਦਾ ਜੀਵਨ ਵਿਛੜ ਜਾਂਦਾ ਆ। ਤੇ ਪਾਤਸ਼ਾਹ ਜੀ ਆਪਣੀ ਬਾਣੀ ਅੰਦਰ ਬਚਨ ਕਰਦੇ ਨੇ, ਕਹਿੰਦੇ ਜਿਹੜੇ ਸਤਿਗੁਰੂ ਵੱਲੋਂ ਆਪਣਾ ਮੂੰਹ ਫੇਰ ਲੈਂਦੇ ਨੇ। ਮੂੰਹ ਫੇਰਨਾ ਕੀ ਆ? ਭਾਵ ਬੇਮੁਖ ਹੋਣਾ। ਮਾਲਕ ਜੀ ਕਹਿੰਦੇ ਸਤਿਗੁਰ ਤੇ ਜੋ ਮੂੰਹ ਫੇਰੇ ਤੇ ਬੇਮੁਖ ਬੁਰੇ ਦਿਸਨ। ਕਹਿੰਦੇ ਜਿਹੜੇ ਗੁਰੂ ਵੱਲੋਂ ਮੂੰਹ ਫੇਰ ਲੈਂਦੇ ਆ, ਕਹਿੰਦੇ ਗੁਰੂ ਵੱਲੋਂ ਜਿਹੜੇ ਬੇਮੁਖ ਹੋਏ ਪਏ ਨਾ, ਉਹ ਵੇਖਣ ਨੂੰ ਕਹਿੰਦੇ ਭੈੜੇ ਦਿਸਦੇ ਆ ਮਨੁੱਖ। ਹੁਣ ਉਹਨਾਂ ਦੇ ਕੋਲੋਂ ਚੰਗੀ ਮੱਤ ਥੋੜ੍ਹੋ ਹੋਣੀ ਆ। ਜਿਹੜੇ ਗੁਰੂ ਤੋਂ ਬੇਮੁਖ ਹੋਏ ਪਏ ਆ ਉਹ ਤਾਂ ਭੈੜੇ ਹੀ ਲੱਗਣਗੇ ਨਾ, ਕਿਉਂਕਿ ਪਾਤਸ਼ਾਹ ਕਹਿੰਦੇ ਨਾ ਮਨ ਰੇ ਕੌਣ ਕਮਤ ਤੈ ਲੀਨੀ। ਇਹ ਭੈੜੀ ਮੱਤ ਤੂੰ ਕਿਉਂ ਪ੍ਰਾਪਤ ਕਰ ਲਈ? ਕਿਹੋ ਜੀ ਮੱਤ ਪ੍ਰਾਪਤ ਕਰ ਲਈ ਹੈ? ਕਿਹੜੀ ਮੱਤ? ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕਿੰਨੀ ਪ੍ਰਾਈ ਨਿੰਦਿਆ ਈਰਖਾ ਨਫ਼ਰਤ ਪਰਾਇਆ ਰੂਪ ਤੱਕਣਾ। ਇਹ ਭੈੜੀ ਮੱਤ ਆ। ਫਿਰ ਉਹਨਾਂ ਦੇ ਜੀਵਨ ਅੰਦਰ ਇਹ ਸਾਰਾ ਜਿਹੜਾ ਭੈੜੇ ਵਿਚਾਰ, ਗਲਤ ਵਿਚਾਰ ਆ ਜਾਂਦੇ, ਜੀਵਨ ਇਹੋ ਜਿਹਾ ਬਣ ਜਾਂਦਾ। ਉਹ ਵੇਖਣ ਨੂੰ ਵੀ ਭੈੜੇ ਲੱਗਦੇ, ਚੰਗੇ ਨਹੀਂ ਲੱਗਦੇ। ਪਾਤਸ਼ਾਹ ਜੀ ਕਹਿੰਦੇ ਨੇ ਸਤਿਗੁਰ ਤੇ ਜੋ ਮੂੰਹ ਫੇਰੇ ਤੇ ਬੇਮੁਖ ਬੁਰੇ ਦਿਸਨ। ਅਨ ਦਿਨ ਬੱਧੇ ਮਾਰੀਨ। ਕਹਿੰਦੇ ਦਿਨ ਰਾਤ ਉਹ ਮਨੁੱਖ ਹਰ ਵੇਲੇ ਮਾਇਆ ਮੋਹ ਦੀਆਂ ਚੋਟਾਂ ਖਾਂਦੇ ਨੇ, ਦੁੱਖ ਸਹਾਰਦੇ ਨੇ। ਫਿਰ ਬੇਲਾ ਨਾ ਲਹਨ। ਕਹਿੰਦੇ ਮੁੜ ਕੇ ਫਿਰ ਸਮਾਂ ਨਹੀਂ ਮਿਲਦਾ। ਚੋਟਾਂ ਤੋਂ ਬਚਣ ਵਾਸਤੇ ਉਹਨਾਂ ਕੋਲ ਫਿਰ ਸਮਾਂ ਨਹੀਂ ਹੁੰਦਾ। ਫਿਰ ਉਹ ਪਛਤਾਉਂਦੇ ਆ ਜੀਵਨ ਦੇ ਅੰਦਰ। ਮਾਲਕ ਜੀ ਬਚਨ ਕਰਦੇ ਨੇ ਸਤਿਗੁਰ ਤੇ ਜੋ ਮੋਹ ਫੇਰੇ ਮੱਥੇ ਤਿੰਨ ਕਾਲੇ। ਕਹਿੰਦੇ ਜਿਹੜੇ ਗੁਰੂ ਵੱਲੋਂ ਮੋਹ ਫੇਰ ਲੈਂਦੇ ਆ, ਬੇਮੁਖ ਹੋ ਜਾਂਦੇ ਆ, ਮਾਲਕ ਜੀ ਕਹਿੰਦੇ ਉਹਨਾਂ ਦੇ ਮੱਥੇ ਭ੍ਰਿਸ਼ਟੇ ਰਹਿੰਦੇ। ਭਾਵ ਉਹ ਅੰਦਰੋਂ ਵਿਕਾਰਾਂ ਦੇ ਨਾਲ ਉਹ ਭਰੇ ਰਹਿੰਦੇ ਆ। ਉਹਨਾਂ ਦੀ ਮੱਤ ਜਿਹੜੀ ਵਿਕਾਰਾਂ ਦੇ ਨਾਲ ਮੈਲੀ ਹੋ ਜਾਂਦੀ ਆ। ਉਹ ਹਰ ਵੇਲੇ ਜੀਵਨ ਦੇ ਅੰਦਰ ਮੈਲਾ ਹੀ ਸੋਚਦੇ ਆ, ਵਿਚਾਰ ਵੀ ਮੈਲੇ, ਵੇਖਦਾ ਵੀ ਮੈਲੇ ਆ। ਪਾਤਸ਼ਾਹ ਕਹਿੰਦੇ ਨੇ ਅਨ ਦਿਨ ਦੁੱਖ ਕਮਾਵਦੇ ਨਿਤ ਜੋਹੇ ਜਮ ਜਾਲੇ। ਕਹਿੰਦੇ ਦਿਨ ਰਾਤ ਉਹੀ ਕੰਮ ਕਰਦੇ ਆ ਜਿਨ੍ਹਾਂ ਕਰਕੇ ਉਹਨਾਂ ਦਾ ਜੀਵਨ ਦੁਖੀ ਹੁੰਦਾ ਆ। ਤੇ ਗੁਰੂ ਪਿਆਰ ਵਾਲੇ ਸੰਸਾਰ ਅੰਦਰ ਬੜੇ ਮਨੁੱਖ ਇਹੋ ਜਿਹੇ ਕਰਮ ਕਰਦਾ, ਦੁਖੀ ਆਪਣੇ ਕੰਮਾਂ ਕਰਕੇ ਆ, ਪਰ ਦੋਸ਼ ਰੱਬ ਨੂੰ ਦੇ ਰਿਹਾ ਆ। ਪਾਤਸ਼ਾਹ ਕਹਿੰਦੇ ਭਾਈ ਦੱਦਾ ਦੋਸ਼ ਨਾ ਕੇਹੂ ਦੇਉ ਕਿਸੇ ਦੋਸ਼ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਨਾ। ਕਹਿੰਦੇ ਕਿਸੇ ਹੋਰ ਨੂੰ ਦੋਸ਼ ਨਾ ਦੇ ਤੇ ਆਪਣੇ ਕੀਤੇ ਕਰਮਾਂ ਦਾ ਤੂੰ ਫਲ ਜਿਹੜਾ ਅੱਜ ਭੁਗਤ ਰਿਹਾ ਆ। ਅੱਜ ਜਿਹੜਾ ਜੀਵਨ ਇਹੋ ਜਿਹਾ ਬਣਿਆ ਹੋਇਆ ਨਾ, ਰੋਗਾਂ ਨਾਲ ਭਰਿਆ ਹੋਇਆ ਤੇਰਾ ਜੀਵਨ ਜਿਹੜਾ ਅੱਜ ਤੂੰ ਦੁਖੀ ਦਿਸ ਰਿਹਾ ਆ। ਤੇਰੇ ਪਰਿਵਾਰ ਅੰਦਰ ਦੁੱਖ ਆ, ਬਿਪਤਾ ਆ। ਤੇਰੇ ਆਲੇ ਦੁਆਲੇ ਸਮਾਜ ਵਿੱਚ ਲੋਕ ਦੁਖੀ ਆ। ਕੋਈ ਧੀਆਂ ਪੁੱਤਰਾਂ ਤੋਂ ਦੁਖੀ ਆ, ਕੋਈ ਜ਼ਮੀਨਾਂ ਦੇ ਝਗੜਿਆਂ ਤੋਂ ਦੁਖੀ ਆ, ਕੋਈ ਪੈਸੇ ਤੋਂ ਦੁਖੀ ਆ, ਕੋਈ ਜਿਹੜਾ ਨਸ਼ਿਆਂ ਤੋਂ ਦੁਖੀ ਆ। ਕਿਹੜੇ ਕਿਹੜੇ ਦੁੱਖਾਂ ਦੀ ਗੱਲ ਕਰ ਲਈਏ, ਹਰ ਮਨੁੱਖ ਦੁਖੀ ਹੋ ਕੇ ਬੈਠਾ ਹੋਇਆ। ਪਾਤਸ਼ਾਹ ਜੀ ਕਹਿੰਦੇ ਤੂੰ ਆਪਣੇ ਕੀਤੇ ਕਰਮਾਂ ਦੇ ਮੁਤਾਬਕ ਫਲ ਭੋਗ ਰਿਹਾ ਆ। ਮਾਲਕ ਜੀ ਬਚਨ ਕਰਦੇ ਨੇ ਜੇ ਕੋ ਗੁਰ ਤੇ ਬੇਮੁਖ ਹੋਵੇ। ਪਾਤਸ਼ਾਹ ਕਹਿੰਦੇ ਨੇ ਬਿਨ ਸਤਿਗੁਰ। ਕਹਿੰਦੇ ਉਹ ਸਤਿਗੁਰੂ ਤੋਂ ਬਿਨਾ ਮੁਕਤ ਨਾ ਪਾਵੇ। ਕਹਿੰਦੇ ਸਤਿਗੁਰੂ ਤੋਂ ਬਿਨਾ ਉਹ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। ਜੇ ਅਸੀਂ ਗੁਰੂ ਵੱਲੋਂ ਆਪਣਾ ਮੁਖ ਮੋੜੀ ਰੱਖਿਆ, ਫਿਰ ਗੁਰੂ ਪਿਆਰ ਵਾਲਿਓ ਸਾਡੇ ਜੀਵਨ ਦੀ ਮੁਕਤੀ ਕਿਵੇਂ ਹੋ ਜਾਵੇਗੀ? ਸਾਨੂੰ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਪਹਿਲਾਂ ਇਸ ਮੁਕਤੀ ਨੂੰ ਸ਼ਬਦ ਜਿਹੜਾ ਮੁਕਤ ਸ਼ਬਦ ਵਰਤਿਆ ਨਾ ਸਤਿਗੁਰ ਨੇ, ਮੁਕਤ ਨਾ ਪਾਵੇ। ਇਸ ਮੁਕਤ ਸ਼ਬਦ ਨੂੰ ਸਮਝੀਏ। ਮੁਕਤ ਦਾ ਅਰਥ ਹੁੰਦਾ ਆਜ਼ਾਦੀ, ਖਲਾਸੀ, ਸੁਤੰਤਰਤਾ। ਮੁਕਤ ਕਰਨਾ ਕਿਸੇ ਨੂੰ, ਜਿਵੇਂ ਕੋਈ ਜਾਨਵਰ ਕੈਦ ਕੀਤਾ ਹੋਵੇ ਤੇ ਉਹਨੂੰ ਕੈਦ ਕੀਤਾ ਗਿਆ ਤੇ ਉਹਨੂੰ ਜਦੋਂ ਪਿੰਜਰੇ ਚੋਂ ਬਾਹਰ ਕੱਢ ਦੇਣਾ, ਮੁਕਤ ਕਰ ਦੇਣਾ ਕਿ ਭਾਈ ਜਾ ਤੈਨੂੰ ਮੁਕਤ ਕਰ ਦਿੱਤਾ। ਹੁਣ ਕੋਈ ਵੀ ਮਨੁੱਖ ਜੇਲ੍ਹਾਂ ਵਿੱਚ ਰਹਿਣ ਲਈ ਤਿਆਰ ਥੋੜ੍ਹਾ ਆ। ਹੁਣ ਜਿੰਨੇ ਵੀ ਜੇਲ੍ਹਾਂ ਵਿੱਚ ਆ, ਕੁਝ ਚੰਗੇ ਕੰਮਾਂ ਕਰਕੇ, ਭਾਵ ਕਿ ਜਿਹੜੇ ਸੱਚ ਬੋਲਦੇ ਆ, ਸੱਚਾਈ ਦਾ ਸਾਥ ਦਿੰਦੇ ਆ, ਪਰ ਸਮਾਜ ਦੇ ਵਿੱਚ ਇਹ ਸਮਝਿਆ ਜਾਂਦਾ ਕਿ ਸ਼ਾਇਦ ਇਹ ਸੱਚ ਨਹੀਂ ਹੈ। ਤੇ ਕੁਝ ਮਾੜੇ ਕੰਮਾਂ ਕਰਕੇ ਤਾਂ ਜੇਲ੍ਹ ਜਾਂਦੇ ਹੀ ਆ, ਪਰ ਕੁਝ ਚੰਗੇ ਕੰਮ ਕਰਨ ਉਹ ਵੀ ਜੇਲ੍ਹਾਂ 'ਚ ਚਲੇ ਜਾਂਦੇ ਆ। ਉਹਨਾਂ ਨੂੰ ਵੀ ਜਿੱਥੇ ਝੂਠ ਦਾ ਬੋਲ ਵਾਲਾ ਹੋਵੇ ਨਾ, ਉੱਥੇ ਸੱਚੇ ਲੋਕ ਵੀ ਜੇਲ੍ਹਾਂ 'ਚ ਜਾਂਦੇ ਆ। ਤੇ ਜਿੱਥੇ ਸੱਚ ਦਾ ਬੋਲ ਵਾਲਾ ਹੋਵੇ ਉੱਥੇ ਝੂਠੇ ਹੀ ਜਾਂਦੇ ਆ, ਸੱਚੇ ਨਹੀਂ ਜਾ ਸਕਦੇ। ਤੇ ਗੁਰੂ ਪਿਆਰ ਵਾਲਿਓ ਅੱਜ ਸਾਡੇ ਦੇਸ਼ ਦੇ ਅੰਦਰ ਇਹੀ ਕੁਝ ਆ ਕਿ ਜਿਹੜੇ ਆਪਣੇ ਹੱਕਾਂ ਦੀ ਖਾਤਰ ਲੜਦੇ ਆ,
ਆਪਣੇ ਸਿਧਾਂਤਾਂ ਦੀ ਖਾਤਰ ਲੜਦੇ ਆ, ਆਪਣੀ ਆਜ਼ਾਦੀ ਖਾਤਰ ਲੜਦੇ ਆ, ਸੁਤੰਤਰਤਾ ਵਾਸਤੇ ਲੜਦੇ ਆ, ਉਹ ਜੇਲ੍ਹਾਂ ਵਿੱਚ ਧੱਕੇ ਜਾਂਦੇ ਆ। ਜਿਹੜੇ ਸੱਚ ਦੀ ਗੱਲ ਕਰਦੇ ਆ ਉਹ ਜੇਲ੍ਹਾਂ ਵਿੱਚ ਧੱਕੇ ਜਾਂਦੇ ਆ, ਤੇ ਜਿਹੜੇ ਝੂਠ ਬੋਲਦੇ, ਸ਼ਰੇਆਮ ਗਲਤ ਕੰਮ ਕਰਦੇ ਆ, ਉਹ ਬਾਹਰ ਘੁੰਮੇ ਫਿਰਦੇ ਆ। ਹੁਣ ਮੁਕਤ ਦਾ ਅਰਥ ਕੀ ਹੈ? ਆਜ਼ਾਦੀ, ਮੁਕਤ ਭਾਵ ਕਿ ਗੁਲਾਮੀ ਤੋਂ ਸਾਡਾ ਖਹਿੜਾ ਛੁੱਟ ਜਾਣਾ, ਸਾਡਾ ਜੀਵਨ ਬੰਧਨਾਂ ਤੋਂ ਮੁਕਤ ਹੋ ਜਾਣਾ। ਹੁਣ ਜਿਵੇਂ ਇੱਕ ਕੈਦੀ ਆ, ਉਹ ਜੇਲ੍ਹ ਵਿੱਚ ਆ, ਉਹਨੂੰ ਜਦੋਂ ਛੱਡ ਦਿੱਤਾ ਜਾਂਦਾ ਆ, ਉਹ ਆਜ਼ਾਦ ਹੋ ਜਾਂਦਾ, ਉਹ ਮੁਕਤ ਹੋ ਜਾਂਦਾ ਆ। ਇਹ ਜਿਹੜਾ ਮੁਕਤ ਸ਼ਬਦ ਹੈ, ਇਸ ਮੁਕਤੀ ਦੇ ਨਾਂ ਉੱਤੇ ਬੜਾ ਕੁਝ ਸਾਨੂੰ ਜਿਹੜਾ ਭੁਲੇਖਿਆਂ ਵਿੱਚ, ਵਹਿਮਾਂ ਭਰਮਾਂ 'ਚ ਪਾਇਆ ਗਿਆ। ਜਿਹੜੇ ਧਰਮ ਦੇ ਆਗੂ ਸੀ, ਜਿਹੜੇ ਪੁਜਾਰੀ ਸ਼੍ਰੇਣੀ ਸੀ, ਧਰਮ ਦੇ ਆਗੂ ਸੀ, ਜਿਹੜੇ ਕਿ ਰਿਸ਼ਵਤਖੋਰੀ ਸੀ, ਜਿਨ੍ਹਾਂ ਦਾ ਜੀਵਨ ਧਰਮੀ ਨਹੀਂ ਸੀ, ਪਰ ਸਿਰਫ ਉਹਨਾਂ ਨੇ ਆਪਣੇ ਘਰ ਭਰਨ ਵਾਸਤੇ, ਲੁੱਟਣ ਵਾਸਤੇ ਸਾਨੂੰ ਇਸ ਮੁਕਤੀ ਸ਼ਬਦ ਬਾਰੇ ਬੜਾ ਭੁਲੇਖਿਆਂ ਵਿੱਚ ਪਾਇਆ ਗਿਆ। ਤੇ ਗੁਰੂ ਪਿਆਰ ਵਾਲਿਓ, ਹਰ ਕੋਈ ਬੰਦਾ ਇਹੀ ਚਾਹੁੰਦਾ ਕਿ ਭਾਈ ਮੈਨੂੰ ਮੁਕਤੀ ਮਿਲ ਜਾਵੇ। ਕੋਈ ਕਹਿੰਦਾ ਮੈਨੂੰ ਦੁੱਖਾਂ ਤੋਂ ਮੁਕਤੀ ਮਿਲ ਜਾਵੇ, ਕੋਈ ਕਹਿੰਦਾ ਮੈਨੂੰ ਵਿਕਾਰਾਂ ਤੋਂ ਮਿਲ ਜਾਵੇ, ਕੋਈ ਕਹਿੰਦਾ ਮੈਨੂੰ ਆ ਫਲਾਣੇ ਜਿਹੜੇ ਗਲਤ ਮਨੁੱਖ ਆ ਉਹਨਾਂ ਤੋਂ ਮੁਕਤੀ ਮਿਲ ਜਾਵੇ। ਕੋਈ, ਹਰੇਕ ਮਨੁੱਖ ਮੁਕਤੀ ਚਾਹੁੰਦਾ ਆ, ਆਜ਼ਾਦੀ ਚਾਹੁੰਦਾ ਆ। ਕੋਈ ਕਹਿੰਦਾ ਸਾਨੂੰ ਇਹ ਜਿਹੜੇ ਭ੍ਰਿਸ਼ਟੇ ਹੋਏ ਜਿਹੜੇ ਆਗੂ ਆ ਉਹਨਾਂ ਤੋਂ ਮੁਕਤੀ ਮਿਲ ਜਾਵੇ। ਹਰ ਕੋਈ ਜਿਹੜਾ ਆਜ਼ਾਦੀ ਚਾਹੁੰਦਾ ਆ। ਪੰਛੀ ਵੀ ਜਿਹੜਾ ਕੈਦ ਨਹੀਂ ਹੋਣਾ ਚਾਹੁੰਦਾ, ਪੰਛੀ ਨੂੰ ਜੇਕਰ ਅਸੀਂ ਕੈਦ ਕਰਕੇ ਰੱਖਦੇ, ਉਹ ਵੀ ਕਹਿੰਦਾ ਮੈਨੂੰ ਮੁਕਤ ਕਰ ਦਿਓ। ਇਸੇ ਤਰ੍ਹਾਂ ਪਹਿਲੇ ਸਮਿਆਂ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਗੱਲ ਕਰ ਲਈ, ਉਹਨਾਂ ਦੇ ਸਮਿਆਂ ਅੰਦਰ ਜਿਹੜਾ ਮੁਕਤ ਸ਼ਬਦ ਜਦੋਂ ਵਰਤਿਆ ਗਿਆ, ਇਸ ਮੁਕਤੀ ਦੇ ਨਾਂ ਉੱਤੇ ਲੋਕਾਂ ਨੂੰ ਲੁੱਟਿਆ ਗਿਆ, ਗੁੰਮਰਾਹ ਕੀਤਾ ਗਿਆ, ਤੇ ਗੁਰੂ ਪਿਆਰ ਵਾਲਿਓ ਉਹਨਾਂ ਦੇ ਘਰ ਵੀ ਬਰਬਾਦ ਕੀਤੇ ਗਏ। ਇੱਥੋਂ ਤੱਕ ਆਖਿਆ ਗਿਆ ਭਾਈ ਜੇ ਤੂੰ ਮੁਕਤੀ ਪ੍ਰਾਪਤ ਕਰਨੀ ਹੈ, ਤੂੰ ਆਪਣੇ ਧੀਆਂ ਪੁੱਤਰ ਦਾਨ ਕਰ ਦੇ। ਜੇ ਤੂੰ ਮੁਕਤੀ ਪ੍ਰਾਪਤ ਕਰਨੀ ਆ ਤੇ ਗਊਆਂ ਦਾਨ ਕਰ ਦੇ। ਮੁਕਤੀ ਪ੍ਰਾਪਤ ਕਰਨੀ ਆ ਪ੍ਰੋਪਰਟੀ ਦਾਨ ਕਰ ਦੇ। ਜੇ ਤੂੰ ਆਪਣੇ ਜੀਵਨ ਨੂੰ ਮੁਕਤ ਕਰਨਾ ਆ, ਮੁਕਤੀ ਪ੍ਰਾਪਤ ਕਰਨੀ ਆ, ਤੂੰ ਆਪਣੇ ਆਪ ਨੂੰ ਚਿਰਵਾ ਲਾ। ਤੂੰ ਜਿਹੜਾ ਨੰਗੇ ਪੈਰੀ ਤੁਰ ਕੇ ਜਾ, ਆਪਣੇ ਸਰੀਰ ਨੂੰ ਦੁੱਖ ਦੇ। ਇਹ ਮੁਕਤੀ ਪ੍ਰਾਪਤ ਕਰਨ ਵਾਸਤੇ ਬੜਾ ਕੁਝ ਕੀਤਾ ਗਿਆ। ਜਿੰਨਾ ਚਿਰ ਅਗਿਆਨਤਾ ਸੀ, ਅਗਿਆਨਤਾ ਦੇ ਵਿੱਚ ਲੋਕ ਬੜੇ ਮਰੇ, ਬੜੇ ਖਤਮ ਹੋਏ, ਬੜੇ ਭੁਲੇਖਿਆਂ ਵਿੱਚ ਪਏ, ਘਰ ਬਰਬਾਦ ਹੋ ਗਏ। ਤੇ ਗੁਰੂ ਪਿਆਰ ਵਾਲਿਓ, ਇੱਥੋਂ ਤੱਕ ਉਸ ਅਗਿਆਨੀ ਮਨੁੱਖ ਨੇ ਜਿਹੜਾ ਧਰਮ ਦਾ ਆਗੂ ਖਵਾਉਂਦਾ ਸੀ, ਉਹਨੇ ਆਖਿਆ ਕਿ ਭਾਈ ਜਿਉਂਦੇ ਜੀ ਤੈਨੂੰ ਮੁਕਤੀ ਨਹੀਂ ਮਿਲ ਸਕਦੀ। ਜੇ ਤੈਨੂੰ ਮੁਕਤੀ ਮਿਲਣੀ ਆ ਤੇ ਮਰਨ ਤੋਂ ਬਾਅਦ ਤੈਨੂੰ ਮੁਕਤੀ ਮਿਲ ਸਕਦੀ ਆ। ਤੇ ਜਿਸ ਕਰਕੇ ਜਦੋਂ ਮਨੁੱਖ ਚੜ੍ਹਾਈ ਕਰ ਜਾਂਦਾ ਆ, ਫਿਰ ਵੀ ਉਹਦੇ ਮੁਕਤੀ ਵਾਲੇ ਜੀਵਨ ਵਾਸਤੇ ਕਿੰਨੇ ਕਰਮ ਕੀਤੇ ਜਾਂਦੇ, ਕਰਮ ਕਾਂਡ, ਕਿੰਨੇ ਪਖੰਡ ਕੀਤੇ ਜਾਂਦੇ, ਭਾਈ ਤੈਨੂੰ ਫਿਰ ਮੁਕਤੀ ਮਿਲ ਜਾਵੇਗੀ। ਤੇ ਇਸ ਕਰਕੇ ਕੋਈ ਮੁਕਤੀ ਦਾ ਮਰਨ ਤੋਂ ਬਾਅਦ ਫਿਰ ਕਹਿੰਦੇ ਭਾਈ ਤੈਨੂੰ ਸਵਰਗ ਮਿਲੇਗਾ, ਤੂੰ ਜੇ ਚੰਗੇ ਕੰਮ ਕਰੇਗਾ ਸਵਰਗ ਜਾਵੇਂਗਾ, ਫਿਰ ਜੇ ਮਾੜੇ ਕਰਾਂਗਾ ਨਰਕ ਵਿੱਚ ਜਾਵੇਂਗਾ। ਭਾਵ ਕਿ ਸਭ ਕੁਝ ਮਰਨ ਤੋਂ ਬਾਅਦ ਤੈਅ ਕੀਤਾ, ਭਾਈ ਜੋ ਤੈਨੂੰ ਮਿਲਣਾ ਮਰਨ ਤੋਂ ਬਾਅਦ ਮਿਲਣਾ, ਜਿਉਂਦੇ ਜੀ ਕੁਝ ਨਹੀਂ ਮਿਲਣਾ। ਇਸ ਕਰਕੇ ਮਨੁੱਖ ਫਿਰ ਕੀ ਕਰਦਾ, ਜਿਉਂਦੇ ਜੀ ਸਾਰੀ ਉਮਰ ਐਸ਼ ਕਰਦਾ ਆ, ਵਿਕਾਰ ਭੋਗਦਾ ਆ, ਮਾੜੇ ਕੰਮ ਕਰਦਾ। ਉਹ ਕਹਿੰਦਾ ਇੱਥੇ ਕਿਹੜਾ, ਕਹਿੰਦਾ ਮਰਨ ਤੋਂ ਬਾਅਦ ਸਭ ਕੁਝ ਪ੍ਰਾਪਤ ਹੋ ਜਾਣਾ, ਮਰਨ ਤੋਂ ਬਾਅਦ ਸਾਨੂੰ ਮੁਕਤੀ ਮਿਲ ਹੀ ਜਾਣੀ ਆ। ਪਰ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਦਾ ਜਿਹੜਾ ਬਚਨ ਆ, ਮਾਲਕ ਜੀ ਕਹਿੰਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ। ਕਹਿੰਦੇ ਤੈਨੂੰ ਇਹ ਮਨੁੱਖਾਂ ਜਨਮ ਜਿਹੜਾ ਪ੍ਰਾਪਤ ਹੋਇਆ ਨਾ, ਬੜਾ ਕੀਮਤੀ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਹਿੰਦੇ ਗੋਬਿੰਦ ਨੂੰ ਮਿਲਣ ਦਾ ਤੇਰਾ ਇਹ ਸਮਾਂ ਆ। ਕਹਿੰਦੇ ਤੈਨੂੰ ਜਿਹੜਾ ਇਹ ਮਨੁੱਖਾਂ ਜਨਮ ਮਿਲਿਆ ਨਾ, ਇਹ ਗੋਬਿੰਦ ਨੂੰ ਮਿਲਣ ਦਾ ਤੇਰੇ ਕੋਲ ਮੌਕਾ ਆ, ਪ੍ਰਭੂ ਨੂੰ ਮਿਲਣ ਦਾ ਤੇਰੇ ਕੋਲ ਮੌਕਾ ਆ, ਸਮਾਂ ਆ। ਤੇ ਪਾਤਸ਼ਾਹ ਇਹ ਵਿਚਾਰ ਨਹੀਂ ਕਹਿੰਦੇ ਕਿ ਭਾਈ ਇਹ ਮਨੁੱਖਾਂ ਜਨਮ ਵੀ ਤੇਰੇ ਲਈ ਸਮਾਂ ਨਹੀਂ ਹੈ, ਤੂੰ ਮਰਨ ਤੋਂ ਬਾਅਦ ਵੀ ਰੱਬ ਨੂੰ ਮਿਲ ਸਕਦਾ ਆ। ਪਾਤਸ਼ਾਹ ਜੀ ਕਹਿੰਦੇ ਨੇ ਇਹ ਜਿਹੜਾ ਮਨੁੱਖਾਂ ਜਨਮ ਤੇਰੇ ਵਾਸਤੇ ਕੀਮਤੀ ਆ, ਇਹਦੇ ਵਿੱਚ ਹੀ ਤੂੰ ਮਾਲਕ ਦੇ ਨਾਲ ਮਿਲਣਾ, ਪ੍ਰਭੂ ਨਾਲ ਮਿਲਣਾ। ਤੇ ਗੁਰੂ ਪਿਆਰ ਵਾਲਿਓ, ਫਿਰ ਸਾਨੂੰ ਇਸ ਭੁਲੇਖਿਆਂ 'ਚ ਪਾਇਆ ਗਿਆ ਕਿ ਸ਼ਾਇਦ ਤੈਨੂੰ ਮਰਨ ਤੋਂ ਬਾਅਦ ਮੁਕਤੀ ਮਿਲਣੀ। ਹੁਣ ਮੁਕਤੀ ਜਿਹੜੀ ਬੰਦੇ ਨੂੰ ਸਰੀਰ ਤੋਂ ਮਿਲ ਜਾਂਦੀ ਆ, ਉਹ ਤਾਂ ਹਰ ਇੱਕ ਨੂੰ ਮਿਲਣੀ ਆ। ਹਰੇਕ ਮਨੁੱਖ ਨੇ ਸਰੀਰ ਤੋਂ ਮੁਕਤ ਹੋਣਾ। ਹਰੇਕ ਮਨੁੱਖ ਨੇ ਜਿਹੜੀ ਵੀ ਚੀਜ਼ ਸੰਸਾਰ ਅੰਦਰ ਪੈਦਾ ਹੋਈ, ਉਹਨੇ ਇੱਕ ਨਾ ਇੱਕ ਦਿਨ ਮੁਕਤ ਹੋ ਜਾਣਾ। ਤੇ ਗੁਰੂ ਪਿਆਰ ਵਾਲਿਓ,
ਪਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਜੋ ਵਿਚਾਰਧਾਰਾ, ਗੁਰਬਾਣੀ ਦੀ ਵਿਚਾਰਧਾਰਾ ਇਹ ਆ ਕਿ ਤੂੰ ਜੇ ਮੁਕਤੀ ਪ੍ਰਾਪਤ ਕਰਨੀ ਨਾ, ਇਸੇ ਮਨੁੱਖਾਂ ਜਨਮ ਵਿੱਚ ਰਹਿ ਕੇ ਮੁਕਤੀ ਪ੍ਰਾਪਤ ਕਰਨੀ। ਤੇ ਕਰਨੀ ਕਾਹਤੋਂ ਪ੍ਰਾਪਤ ਆ, ਕਿਸ ਤੋਂ ਮੁਕਤੀ ਪ੍ਰਾਪਤ ਕਰਨੀ ਆ? ਪਾਤਸ਼ਾਹ ਜੀ ਕਹਿੰਦੇ ਨੇ, ਮਾਨ ਮੋਹ ਦੋਨੋਂ ਕੋ ਪਰ ਹਰ, ਗੋਵਿੰਦ ਕੇ ਗੁਣ ਗਾਵੇ। ਮਾਲਿਕ ਜੀ ਕਹਿੰਦੇ ਜਿਹੜਾ ਮਨੁੱਖ ਹੰਕਾਰ ਛੱਡ ਕੇ, ਮੋਹ ਨੂੰ ਛੱਡ ਕੇ ਗੋਬਿੰਦ ਦੇ ਗੁਣ ਗਾਉਂਦਾ ਆ, ਪਰਮੇਸ਼ਰ ਦੇ ਗੁਣ ਗਾਉਂਦਾ ਆ, ਕਹੋ ਨਾਨਕ ਇਹ ਬਿਦ ਕੋ ਪ੍ਰਾਨੀ, ਜੀਵਨ ਮੁਕਤ ਕਹਾਵੇ। ਪਾਤਸ਼ਾਹ ਕਹਿੰਦੇ ਨੇ ਉਹ ਮਨੁੱਖ ਜਿਹੜਾ ਉਹ ਪ੍ਰਾਣੀ ਆ, ਉਹ ਮੁਕਤ ਜੀਵਨ ਵਾਲਾ ਆ। ਅਸੀਂ ਮੁਕਤੀ ਪ੍ਰਾਪਤ ਕਰਨੀ ਆ। ਪਾਤਸ਼ਾਹ ਜੀ ਬਚਨ ਆ, ਕਹਿੰਦੇ ਕਾਮ ਕ੍ਰੋਧ ਲੋਭ ਮੋਹਿ ਮਨ ਲੀਨਾ। ਕਹਿੰਦੇ ਇਹ ਕਾਮ ਕ੍ਰੋਧ ਲੋਭ ਮੋਹ, ਇਹ ਹੰਕਾਰ, ਇਹ ਜੀਵਨ ਇਹਨਾਂ ਵਿੱਚ ਫਸਿਆ ਹੋਇਆ ਆ। ਪਾਤਸ਼ਾਹ ਕਹਿੰਦੇ ਨੇ ਬੰਧਨ ਕਾਟ ਮੁਕਤ ਗੁਰ ਕੀਨਾ। ਗੁਰੂ ਜਿਹੜਾ ਸਾਨੂੰ ਇਹਨਾਂ ਬੰਧਨਾਂ ਤੋਂ ਮੁਕਤ ਕਰਦਾ ਆ, ਇਹਨਾਂ ਵਿਕਾਰਾਂ ਤੋਂ ਸਾਨੂੰ ਮੁਕਤ ਕਰਦਾ। ਅਸੀਂ ਮੁਕਤੀ ਪ੍ਰਾਪਤ ਕਰਨੀ ਬੁਰਾਈਆਂ ਤੋਂ, ਵਿਕਾਰਾਂ ਤੋਂ, ਤੇ ਇਸੇ ਜੀਵਨ ਵਿੱਚ ਰਹਿ ਕੇ, ਇਸੇ ਸਰੀਰ ਵਿੱਚ ਰਹਿ ਕੇ ਪ੍ਰਾਪਤ ਕਰਨੀ। ਨਾ ਤਾਂ ਸਾਡੇ ਕੋਈ ਹੋਰ ਜਨਮ ਮਿਲਣਾ ਕਿਤੇ, ਨਾ ਤਾਂ ਬੰਦਾ ਮਰਨ ਤੋਂ ਬਾਅਦ ਕੋਈ ਜਨਮ ਪ੍ਰਾਪਤ ਹੋਣਾ ਆ, ਤੇ ਨਾ ਹੀ ਮਨੁੱਖ ਜਿਹੜਾ ਜਨਮ ਤੋਂ ਪਹਿਲਾਂ ਮੁਕਤੀ ਪ੍ਰਾਪਤ ਕਰਨੀ। ਇਹ ਮਨੁੱਖਾਂ ਜਨਮ ਜਿਹੜਾ ਮਿਲਿਆ, ਇਹਦੇ ਵਿੱਚ ਰਹਿ ਕੇ ਅਸੀਂ ਮੁਕਤੀ ਪ੍ਰਾਪਤ ਕਰਨੀ। ਕਿਤੋਂ ਪ੍ਰਾਪਤ ਕਰਨੀ? ਵਿਕਾਰਾਂ ਤੋਂ, ਬੁਰਾਈਆਂ ਤੋਂ, ਮਾੜੇ ਕੰਮਾਂ ਤੋਂ ਆਪਣੇ ਜੀਵਨ ਨੂੰ ਬਚਾਉਣਾ ਆ। ਫਿਰ ਸਾਡੇ ਜੀਵਨ ਦੇ ਅੰਦਰ ਉਹ ਆਨੰਦ ਪੈਦਾ ਹੋਣਾ, ਸਾਡੇ ਜੀਵਨ ਅੰਦਰ ਖੇੜਾ ਪੈਦਾ ਹੋਣਾ, ਸੁੱਖ ਪੈਦਾ ਹੋਣਾ, ਜਦੋਂ ਸਾਡਾ ਜੀਵਨ ਬੁਰੇ ਕੰਮਾਂ ਤੋਂ ਬਚ ਗਿਆ। ਪਾਤਸ਼ਾਹ ਜੀ ਕਹਿੰਦੇ ਨੇ, ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋਂ ਬਵੇਕੀਆਂ ਜਾਏ। ਮਾਲਕ ਜੀ ਨੇ ਇਸ ਗੱਲ ਤੇ ਮੋਹਰ ਲਾਤੀ। ਕਹਿੰਦੇ ਪਾਵੇ ਮੁਕਤ ਨਾ ਹੋਰ ਥੈ ਕੋਈ। ਕਹਿੰਦੇ ਹੋਰ ਕੋਈ ਥਾਂ ਨਹੀਂ ਹੈ ਜਿੱਥੇ ਜਾ ਕੇ ਤੇਰਾ ਜੀਵਨ ਮੁਕਤ ਹੋਵੇ। ਪਰ ਅਸੀਂ ਤਾਂ ਬਹੁਤ ਥਾਂ ਲੱਭੇ ਹੋਏ ਆ, ਜਾਂ ਲੱਭ ਰਹੇ ਆ ਕਿ ਸ਼ਾਇਦ ਗੁਰੂ ਨੂੰ ਛੱਡ ਕੇ, ਗੁਰੂ ਤੋਂ ਬੇਮੁਖ ਹੋ ਕੇ ਮੇਰਾ ਜੀਵਨ ਹੋਰ ਥਾਵਾਂ ਤੇ ਜਾ ਕੇ ਮੁਕਤ ਹੋ ਜਾਵੇਗਾ। ਮੇਰਾ ਜੀਵਨ ਜਿਹੜਾ ਵਿਕਾਰਾਂ ਤੋਂ, ਬੁਰਾਈਆਂ ਤੋਂ ਬਚ ਜਾਵੇਗਾ। ਜਿਸ ਕਰਕੇ ਮਨੁੱਖ ਕਿੰਨੇ ਪਖੰਡ ਕਰ ਰਿਹਾ, ਕਿੰਨਾ ਕੁਝ ਕਰ ਰਿਹਾ ਆ ਕਿ ਮੇਰਾ ਸ਼ਾਇਦ ਇਹਨਾਂ ਇਹ ਕੰਮ ਕਰਨ ਦੇ ਨਾਲ, ਜਾਂ ਆਹ ਚੀਜ਼ਾਂ ਵਰਤਣ ਨਾਲ, ਜਾਂ ਇਸ ਰਾਹ ਉੱਤੇ ਤੁਰਨ ਨਾਲ ਮੇਰਾ ਜੀਵਨ ਮੁਕਤ ਹੋ ਜਾਵੇਗਾ। ਪਾਤਸ਼ਾਹ ਜੀ ਕਹਿੰਦੇ ਨੇ, ਪਾਵੇ ਮੁਕਤ ਨਾ ਹੋਰ ਥੈ ਕੋਈ। ਕਿ ਇਹਨਾਂ ਨੂੰ ਜਾ ਕੇ ਪੁੱਛੋ, ਪੁੱਛੋਂ ਵਿਵੇਕੀਆਂ ਜਾਏ। ਵਿਵੇਕੀ ਕਹਿੰਦੇ ਆ ਵਿਚਾਰਵਾਨ ਮਨੁੱਖ, ਜਿਹੜੇ ਵਿਦਵਾਨ ਮਨੁੱਖ, ਸਮਝਦਾਰ ਸਿਆਣੇ ਮਨੁੱਖਾਂ ਨੂੰ ਜਾ ਕੇ ਭਾਵੇਂ ਤੁਸੀਂ ਪੁੱਛ ਲਵੋ। ਹੁਣ ਅਸੀਂ ਜਿਹੜਾ ਮਨੁੱਖ ਪੜ੍ਹਿਆ ਲਿਖਿਆ ਹੋਵੇ ਨਾ, ਅਸੀਂ ਕਹਿੰਦੇ ਉਹ ਫਲਾਣੇ ਬੰਦੇ ਪੜ੍ਹੇ ਲਿਖੇ ਮਨੁੱਖ ਨੂੰ ਜਾ ਕੇ ਪੁੱਛੋ, ਭਾਈ ਇਹਨੂੰ ਤਾਂ ਕੁਝ ਨਹੀਂ ਪਤਾ ਕਿਉਂਕਿ ਉਹ ਅਨਪੜ੍ਹ ਹੈ, ਉਹਨੂੰ ਕੁਝ ਨਹੀਂ ਆਉਂਦਾ। ਫਿਰ ਅਸੀਂ ਕਹਿੰਦੇ ਭਾਈ ਕਿਸੇ ਪੜ੍ਹੇ ਲਿਖੇ ਮਨੁੱਖ ਦੀ, ਸਿਆਣੇ ਮਨੁੱਖ ਦੀ ਸਲਾਹ ਲਵੋ, ਸਮਝਦਾਰ ਜਿਹੜਾ ਪੜ੍ਹਿਆ ਲਿਖਿਆ। ਅਸੀਂ ਉਹਨੂੰ ਸਭ ਤੋਂ ਵੱਡਾ ਗਿਣਦੇ ਕਿ ਭਾਈ ਇਹਨੂੰ ਸਭ ਕੁਝ ਪਤਾ ਹੋਵੇਗਾ, ਫਿਰ ਸਾਡਾ ਕੰਮ ਵੀ ਵਧੀਆ ਹੋ ਜਾਵੇਗਾ। ਅਸੀਂ ਫਿਰ ਪੜ੍ਹੇ ਲਿਖੇ, ਜਿਵੇਂ ਘਰ ਵਿੱਚ ਸਾਡੇ ਅੱਜ ਬੱਚੇ ਪੜ੍ਹੇ ਲਿਖੇ ਆ, ਤੇ ਅਸੀਂ ਆਪਣੇ ਬੱਚਿਆਂ ਨੂੰ ਪੁੱਛਦੇ ਹਾਂ ਜਾ ਕੇ ਜਿਹੜੀ ਗੱਲ ਦੀ। ਮਾਲਿਕ ਜੀ ਕਹਿੰਦੇ ਨੇ, ਕਹਿੰਦੇ ਵਿਚਾਰਵਾਨਾਂ ਨੂੰ, ਵਿਦਵਾਨ ਲੋਕਾਂ ਨੂੰ, ਜਿਹੜੇ ਗਿਆਨਵਾਨ ਆ, ਤੁਸੀਂ ਭਾਵੇਂ ਉਹਨਾਂ ਨੂੰ ਜਾ ਕੇ ਪੁੱਛ ਲਓ ਕਿ ਤੁਹਾਨੂੰ ਗੁਰੂ ਤੋਂ ਬਗੈਰ ਹੋਰ ਕਿਤੇ ਵੀ ਜਾ ਕੇ ਮੁਕਤੀ ਪ੍ਰਾਪਤ ਨਹੀਂ ਹੋਣੀ। ਪਾਤਸ਼ਾਹ ਜੀ ਕਹਿੰਦੇ ਨੇ, ਪਾਵੇ ਮੁਕਤ ਨਾ ਹੋਰ ਥੈ ਕੋਈ। ਪੁੱਛੋਂ ਬੁਨਾ ਤੋਂ, ਵਿਕਾਰਾਂ ਤੋਂ ਮੁਕਤ ਨਹੀਂ ਹੋ ਸਕਦਾ। ਪਰ ਭਾਈ ਗੁਰਦਾਸ ਜੀ ਨੇ ਬੜੀ ਸੋਹਣੀ ਆਪਣੀ ਬਾਤ, ਮਨੁੱਖ ਮੁਕਤੀ ਪ੍ਰਾਪਤ ਕਰਨ ਵਾਸਤੇ ਕੀ ਕਰ ਰਿਹਾ। ਪਰ ਭਾਈ ਗੁਰਦਾਸ ਜੀ ਵੀ ਇਹੀ ਵਿਚਾਰ ਦਿੰਦੇ ਕਿ ਭਲਿਆ ਤੇਰਾ ਜੀਵਨ ਗੁਰੂ ਤੋਂ ਬਿਨਾ ਮੁਕਤ ਨਹੀਂ ਹੋ ਸਕਦਾ। ਸਿਰ ਤਲਵਾਇਆ ਪਾਈਏ ਚਮ ਗਿੱਦੜ ਜੂ ਹੈ। ਕਹਿੰਦੇ ਕੋਈ ਜਿਸ ਵੱਡੀ ਕੀ ਕਰਨੀ ਜੇ ਕਾਮੀ ਤੂੰ ਚੱਜ ਦੇ ਨਹੀਂ ਕਰ ਰਿਹਾ। ਉਮਰ ਤਾਂ ਥੋੜੀ ਵੀ ਬਹੁਤ ਆ ਜੇਕਰ ਤੂੰ ਚੰਗੇ ਕੰਮ ਕਰ ਰਿਹਾ ਆ। ਸਾਹਿਬਜ਼ਾਦਿਆਂ ਦੀ ਕਿੱਡੀ ਕੁ ਵੱਡੀ ਉਮਰ ਸੀ, ਉਹਨਾਂ ਦੀ ਉਮਰ ਛੋਟੀ ਸੀ ਪਰ ਕੰਮ ਬੜੇ ਵਧੀਆ ਕੀਤੇ, ਚੰਗੇ ਕੀਤੇ, ਤੇ ਅੱਜ ਉਹਨਾਂ ਦੀ ਉਮਰ ਇੰਨੀ ਵੱਡੀ ਹੋ ਗਈ ਜਿਹੜੀ ਕਦੇ ਖਤਮ ਨਹੀਂ ਹੋ ਸਕਦੀ। ਉਹਨਾਂ ਤੋਂ ਤਾਂ ਸਦਾ ਵਾਸਤੇ ਹੀ ਅਸੀਂ ਜਾਤ ਰੱਖਦੇ ਤੇ ਜਗ ਰੱਖਦੇ ਰਵਾਂਗੇ। ਕਹਿੰਦੇ ਮਿਲੇ ਨਾ ਵੱਡੀ ਆਰਜਾ ਬਿਸਿਰ ਵੇਹ ਲੂਹੇ।
ਕਹਿੰਦੇ ਵੱਡੀ ਉਮਰ ਦੇ ਨਾਲ ਆਰਜਾ ਦੇ ਨਾਲ ਵੀ ਤੈਨੂੰ ਮੁਕਤੀ ਨਹੀਂ ਮਿਲਣੀ। ਜੇਕਰ ਇਦਾਂ ਮੁਕਤੀ ਮਿਲਦੀ ਹੋਵੇ ਤੇ ਮਾਲਕ ਜੀ ਕਹਿੰਦੇ ਨੇ ਬਿਸਿਰ ਵਹਿ ਲੂਹੇ, ਕਹਿੰਦੇ ਫਿਰ ਜਿਹੜਾ ਜ਼ਹਿਰ ਆ, ਕਹਿੰਦੇ ਜਿਹੜਾ ਸੱਪ ਹੈ, ਫਿਰ ਮੁਕਤੀ ਤਾਂ ਉਹਨੂੰ ਮਿਲ ਜਾਣੀ ਸੀ। ਸੱਪ ਦੀ ਉਮਰ ਵੀ ਬੜੀ ਲੰਬੀ ਮੰਨੀ ਜਾਂਦੀ ਆ। ਤੇ ਮਾਲਕ ਜੀ ਕਹਿੰਦੇ ਨੇ ਹੁਣ ਸੱਪ ਜਿਹੜਾ ਨਾ, ਜਿਵੇਂ ਉਮਰ ਵੱਡੀ ਹੁੰਦੀ ਆ, ਸੱਪ ਅੰਦਰੋਂ ਅੰਦਰੀ ਆਪਣੇ ਜ਼ਹਿਰ ਦੇ ਨਾਲ ਸੜਦਾ ਆ, ਅੰਦਰੋਂ ਅੰਦਰੀ ਹਰ ਵੇਲੇ ਤੜਫਦਾ ਆ। ਸੱਪ ਜਿਹੜੇ ਤਾਂ ਹੀ ਉਹ ਠੰਡੀਆਂ ਥਾਵਾਂ ਤੇ ਜ਼ਿਆਦਾ ਰਹਿੰਦੇ ਆ, ਕਿਉਂਕਿ ਜ਼ਹਿਰ ਉਹਨਾਂ ਨੂੰ ਤੰਗ ਕਰਦਾ ਆ। ਉਮਰ ਲੰਬੀ ਆ, ਇਸੇ ਤਰ੍ਹਾਂ ਬੰਦੇ ਦੀ ਉਮਰ ਲੰਬੀ ਮੰਗ ਰਿਹਾ, ਨਾਲੇ ਅੰਦਰ ਉਹਨੂੰ ਜ਼ਹਿਰ ਉਹਨੂੰ ਤੰਗ ਕਰ ਰਿਹਾ, ਵਿਕਾਰਾਂ ਦਾ, ਬੁਰਾਈਆਂ ਦਾ ਜ਼ਹਿਰ ਉਹਨੂੰ ਦੁਖੀ ਕਰ ਰਿਹਾ ਦਿਨ ਰਾਤ, ਜਿਸ ਕਰਕੇ ਉਹ ਸ਼ਾਂਤੀ ਸੁੱਖ ਲੱਭਦਾ ਫਿਰਦਾ। ਪਾਤਸ਼ਾਹ ਕਹਿੰਦੇ ਨੇ, ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਹੋਏ ਕੁਚੀਲ ਵਰਤੀਏ ਖਰ ਸੂਰ ਪਸੂਏ। ਕਹਿੰਦੇ ਕੁਚੀਲ ਬਣ ਕੇ, ਕਹਿੰਦੇ ਮੈਲੇ ਕੁਚੈਲੇ ਕੱਪੜੇ ਪਾ ਕੇ ਜਾਂ ਕੁਚੀਲ ਗੰਦੇ ਬਣ ਕੇ, ਬੜੇ ਇਹੋ ਜਿਹੇ ਆ ਲੋਕ ਜਿਹੜੇ ਕਦੀ ਨਹਾਉਂਦੇ ਧੋਂਦੇ ਨਹੀਂ, ਜਿਹੜੇ ਆਪਣੀ ਸਫਾਈ ਨਹੀਂ ਰੱਖਦੇ, ਮੈਲੇ ਰਹਿੰਦੇ ਆ। ਉਹ ਕਹਿੰਦੇ ਜੇਕਰ ਅਸੀਂ ਮੈਲੇ ਰਵਾਂਗੇ, ਸਰੀਰ ਨੂੰ ਗੰਦਾ ਰੱਖਾਂਗੇ, ਫਿਰ ਸਾਨੂੰ ਮੁਕਤੀ ਮਿਲ ਜਾਵੇਗੀ। ਜਿਵੇਂ ਜੈਨੀ ਲੋਕ ਆ, ਜੈਨੀ ਲੋਕ ਜਿਹੜੇ ਨਾ, ਉਹ ਜਿਹੜੇ ਪਾਣੀ ਨੂੰ ਜਿਹੜਾ ਵਰਤਦੇ ਨਹੀਂ, ਉਹ ਜਦੋਂ ਵੀ ਪਾਣੀ ਪੀਂਦੇ ਆ, ਮੂੰਹ ਤੇ ਉਹਨਾਂ ਨੇ ਪੱਟੀ ਬੰਨੀ ਹੁੰਦੀ ਆ, ਜਦੋਂ ਤੁਰਦੇ ਨਾ ਉਹਨਾਂ ਦੇ ਹੱਥ ਵਿੱਚ ਝਾੜੂ ਹੁੰਦਾ ਆ, ਉਹ ਕਹਿੰਦੇ ਝਾੜੂ ਫੇਰਦੇ ਜਾਂਦੇ ਆ ਕਿ ਉਹਨਾਂ ਨਾਲ ਸਾਡੇ ਪੈਰਾਂ ਥੱਲੇ ਕੋਈ ਜੀਵ ਨਾ ਆ ਜਾਵੇ। ਤੇ ਨਾ ਗੁਰੂ ਪਿਆਰ ਵਾਲੀ ਜਿਹੜੀ ਗੁਰਬਾਣੀ ਦੇ ਮੁਤਾਬਕ, ਜਿਹੜੇ ਅੱਜ ਦੇ ਸਮੇਂ ਅੰਦਰ ਜੈਨੀਆਂ ਵਿੱਚ ਬਹੁਤ ਫਰਕ ਪੈ ਚੁੱਕਾ ਹੋਵੇਗਾ, ਪਰ ਪਹਿਲੇ ਸਮਿਆਂ ਦੇ ਅੰਦਰ ਭਾਈ ਗੁਰੂ ਨਾਨਕ ਸਾਹਿਬ ਜੀ ਦਾ ਬੜਾ ਪਿਆਰਾ ਸ਼ਬਦ ਆ। ਮਾਲਿਕ ਜੀ ਕਹਿੰਦੇ ਨੇ, ਕਹਿੰਦੇ ਜਿਹੜੇ ਜੈਨੀ ਲੋਕ ਆ ਉਹ ਕੀ ਕਰਦੇ ਆ, ਆਪਣਾ ਬਿਸ਼ਟਾ ਗੰਦਗੀ ਫਰੋਲਦੇ ਨੇ, ਤੇ ਉਹ ਦੇਖਦੇ ਕੋਈ ਜੀਵ ਤਾਂ ਨਹੀਂ ਮਰਿਆ ਹੋਇਆ, ਇੱਥੋਂ ਤੱਕ ਕਿ ਉਹ ਨਹਾਉਂਦੇ ਨਹੀਂ, ਨਾ ਤਾਂ ਪਾਣੀ ਦੇ ਨੇੜੇ ਜਾਂਦੇ ਆ, ਤੇ ਹਰ ਵੇਲੇ ਗੰਦੇ ਰਹਿੰਦੇ ਆ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਹੋਏ ਕੁਚੀਲ ਵਰਤੀਏ ਖਰ ਸੂਰ ਪਸੂਏ। ਕਹਿੰਦੇ ਜੇਕਰ ਕੁਚੈਲੇ ਰਹਿ ਕੇ ਮਿਲਣਾ ਹੋਵੇ, ਤੇ ਕਹਿੰਦੇ ਫਿਰ ਜਿਹੜਾ ਸੂਰ ਖੋਤੇ, ਇਹ ਤਾਂ ਹਰ ਵੇਲੇ ਹੀ ਮੈਲੇ ਰਹਿੰਦੇ ਆ। ਸੂਰ ਵੀ ਗੰਦਗੀ 'ਚ ਰਹਿੰਦਾ ਆ, ਤੇ ਜਿਹੜਾ ਖੋਤਾ ਆ ਉਹ ਵੀ ਸਵਾਹ ਦੇ ਵਿੱਚ ਹਰ ਵਿੱਚ ਲਿਟਿਆ ਰਹਿੰਦਾ ਆ। ਕਹਿੰਦੇ ਕੰਦ ਮੂਲ ਚਿਤ ਲਾਈਏ ਅਈੜ ਬਣ ਧੂਹੇ। ਕਹਿੰਦੇ ਜੇਕਰ ਕੰਦ ਮੂਲ ਖਾਧੀਆਂ, ਫੁੱਲਾਂ ਨੂੰ ਖਾਧੀਆਂ, ਮੂਲੀ ਖਾਧੀਆਂ, ਇਹਨਾਂ ਨਾਲ ਗੁਜ਼ਾਰਾ ਕੀਤਿਆਂ ਹੀ ਜੇਕਰ ਕਹਿੰਦੇ ਵਰਤ ਰੱਖਿਆ ਹੀ ਮੁਕਤੀ ਮਿਲ ਸਕਦੀ ਹੋਵੇ, ਕਹਿੰਦੇ ਫਿਰ ਤਾਂ ਭੇਡਾਂ ਬੱਕਰੀਆਂ ਤਾਂ ਹਰ ਵੇਲੇ ਹੀ ਉੱਥੇ ਉਹ ਖਾਂਦੇ ਪੀਂਦੇ ਆ। ਭੇਡਾਂ ਬੱਕਰੀਆਂ ਤਾਂ ਹਰ ਵੇਲੇ ਜੜੀਆਂ ਬੂਟੀਆਂ, ਕਿੰਨੇ ਫਲ ਖਾ ਰਹੀਆਂ ਜੰਗਲਾਂ ਵਿੱਚ, ਕਹਿੰਦੇ ਫਿਰ ਮੁਕਤੀ ਤਾਂ ਉਹਨਾਂ ਨੂੰ ਮਿਲ ਜਾਣੀ ਆ। ਕਿਉਂਕਿ ਬੜੇ ਇਹੋ ਜਿਹਾ ਉਹ ਕਹਿੰਦੇ ਜੇਕਰ ਤੁਸੀਂ ਆਹੀ ਚੀਜ਼ਾਂ ਖਾਓਗੇ, ਇੰਨਾ ਗੁਜ਼ਾਰਾ ਕਰੋਗੇ, ਤੁਹਾਨੂੰ ਮੁਕਤੀ ਮਿਲ ਜਾਵੇਗੀ। ਮਾਲਕ ਜੀ ਕਹਿੰਦੇ ਨੇ, ਬਿਨ ਗੁਰ ਮੁਕਤ ਨਾ ਹੋਵਈ ਜਿਉਂ ਘਰ ਬਿਨ ਬੂਹੇ। ਕਹਿੰਦੇ ਗੁਰੂ ਤੋਂ ਬਿਨਾ ਮੁਕਤੀ ਨਹੀਂ ਹੁੰਦੀ। ਜਿਸ ਤਰ੍ਹਾਂ ਕਹਿੰਦੇ ਬਿਨਾ ਬੂਹਿਆਂ ਦੇ ਘਰ ਨਹੀਂ ਹੁੰਦਾ ਨਾ, ਹੁਣ ਜਿਸ ਘਰ ਨੂੰ ਬੂਹੇ ਨਾ ਲੱਗੇ, ਹੁਣ ਉਹਨੂੰ ਘਰ ਥੋੜ੍ਹਾ ਕਿਹਾ ਜਾ ਸਕਦਾ। ਜੇ ਘਰ ਬਣਾਵਾਂਗੇ ਤੇ ਉਹਨੂੰ ਬੂਹੇ ਵੀ ਦਰਵਾਜ਼ੇ ਵੀ ਰੱਖਾਂਗੇ ਨਾ। ਇਸੇ ਤਰ੍ਹਾਂ ਮਾਲਕ ਕਹਿੰਦੇ ਗੁਰੂ ਤੋਂ ਬਿਨਾ ਤੇਰਾ ਜੀਵਨ ਮੁਕਤ ਨਹੀਂ ਹੋ ਸਕਦਾ। ਕਹਿੰਦੇ ਗੁਰੂ ਤੋਂ ਬਿਨਾ ਤੇਰਾ ਜੀਵਨ ਵਿਕਾਰਾਂ ਤੋਂ ਮੁਕਤ ਨਹੀਂ ਹੋ ਸਕਦਾ। ਹੁਣ ਜਿਹੜੀਆਂ ਇਹ ਵਿਚਾਰਾਂ ਨੇ ਅਸੰਭਵ ਨੇ, ਇਹ ਕੀਤੀਆਂ ਨਹੀਂ ਜਾ ਸਕਦੀਆਂ। ਕਹਿੰਦੇ ਭਾਵੇਂ ਜਿੰਨਾ ਮਰਜ਼ੀ ਯਤਨ ਕਰ ਲਈਏ। ਭਾਈ ਗੁਰਦਾਸ ਜੀ ਕਹਿੰਦੇ, ਘੰਟ ਕਢਾਇਆ ਚੂਹਿਆਂ ਗਲ ਬਿੱਲੀ ਪਾਈਏ। ਕਹਿੰਦੇ ਸਾਰੇ ਚੂਹਿਆਂ ਨੇ ਨਾ ਰਲ ਕੇ ਨਾ ਸਲਾਹ ਕੀਤੀ ਕਿ ਅਸੀਂ ਨਾ ਇੱਕ ਘੰਟੀ ਬਣਵਾਈ ਜਾਵੇ, ਇੱਕ ਘੰਟੀ ਟੱਲੀ ਬਣਵਾਈ ਜਾਵੇ। ਸਾਰਿਆਂ ਨੇ ਰਲ ਕੇ ਸਲਾਹ ਕੀਤੀ, ਉਹ ਟੱਲੀ ਜਿਹੜੀ ਬਿੱਲੀ ਦੇ ਗਲ ਪਾ ਦਈਏ, ਤਾਂ ਜੋ ਸਾਨੂੰ ਜਦੋਂ ਬਿੱਲੀ ਮਾਸੀ ਆਵੇ ਤੇ ਉਹਦੇ ਬਾਰੇ ਪਤਾ ਲੱਗ ਜਾਵੇ, ਅਸੀਂ ਬਚ ਜਾਈਏ। ਹੁਣ ਇਹ ਕੰਮ ਕਰੇ ਕੌਣ? ਹੁਣ ਚੂਹੇ ਇਹ ਕੰਮ ਕਰ ਨਹੀਂ ਸਕਦੇ। ਇਹ ਸੰਭਵ ਨਹੀਂ ਹੋ ਸਕਦਾ ਕਿ ਸਾਰੇ ਰਲ ਕੇ ਚੂਹੇ ਘੰਟੀ ਜਿਹੜੀ ਬਿੱਲੀ ਦੇ ਗਲ 'ਚ ਪਾ ਦੇਣ। ਇਸੇ ਤਰ੍ਹਾਂ ਮਾਲਿਕ ਕੀ ਕਹਿੰਦੇ ਨੇ, ਕਹਿੰਦੇ ਇਸ ਤਰ੍ਹਾਂ ਗੁਰੂ ਤੋਂ ਬਿਨਾ ਤੇਰੇ ਜੀਵਨ ਦੀ ਮੁਕਤੀ ਹੋ ਨਹੀਂ ਸਕਦੀ। ਜਿੰਨੇ ਮਰਜ਼ੀ ਤੂੰ ਜਿੰਨੇ ਮਰਜ਼ੀ ਕਰਮ ਕਰ ਲਾ, ਜਿੰਨੇ ਮਰਜ਼ੀ ਤਰੀਕੇ ਵਰਤ ਲਾ, ਜਿਸ ਤਰ੍ਹਾਂ ਚੂਹੇ ਰਲ ਕੇ ਬਿੱਲੀ ਦੇ ਗਲ ਵਿੱਚ ਟੱਲੀ ਨਹੀਂ ਪਾ ਸਕਦੇ, ਇਸੇ ਤਰ੍ਹਾਂ ਇਹ ਕਰਮ ਕਰਨ ਦੇ ਨਾਲ ਤੇਰਾ ਜੀਵਨ ਮੁਕਤ ਨਹੀਂ ਹੋ ਸਕਦਾ। ਮਤਾ ਮਤਾਇਆ ਮੱਖੀਆਂ, ਸਾਰੀਆਂ ਮੱਖੀਆਂ ਨੇ ਰਲ ਕੇ ਮਤਾ ਪਕਾਇਆ, ਮਤਾ ਕੀਤਾ, ਸਲਾਹ ਕੀਤੀ। ਕਹਿੰਦੇ ਘੇ ਅੰਦਰ ਨਹਾਈਏ, ਕਿ ਸਾਰੇ ਰਲ ਕੇ ਘਿਓ ਦੇ ਵਿੱਚ ਇਸ਼ਨਾਨ ਕਰੀਏ। ਹੁਣ ਸਾਰੀਆਂ ਮੱਖੀਆਂ ਰਲ ਕੇ ਘਿਓ ਦੇ ਵਿੱਚ ਕਿਵੇਂ ਇਸ਼ਨਾਨ ਕਰਨੀ ਆ? ਹੁਣ ਦੇਖੋ ਤੁਸੀਂ, ਘਿਓ ਕਈ ਵਾਰੀ ਹੁੰਦਾ ਵਿੱਚ ਮੱਖੀ ਡਿੱਗੀ ਹੁੰਦੀ, ਮਰੀ ਹੁੰਦੀ ਆ,
ਤੇ ਜਿਵੇਂ ਮੱਖੀਆਂ ਰਲ ਕੇ ਘਿਓ ਦੇ ਵਿੱਚ ਇਸ਼ਨਾਨ ਨਹੀਂ ਕਰ ਸਕਦੀਆਂ, ਇਸੇ ਤਰ੍ਹਾਂ ਮਾਲਕ ਜੀ ਕਹਿੰਦੇ ਤੂੰ ਜਿੰਨੇ ਮਰਜ਼ੀ ਇਸ਼ਨਾਨ ਕਰ ਲਾ, ਭਾਵੇਂ ਜਿੱਥੇ ਮਰਜ਼ੀ ਜਾ ਕੇ ਨਹਾ ਲਾ, ਕਹਿੰਦੇ ਪਰ ਗੁਰੂ ਸ਼ਬਦ ਤੋਂ ਬਗੈਰ, ਗੁਰੂ ਦੀ ਸਮਝ ਤੋਂ ਬਗੈਰ ਤੇਰਾ ਜੀਵਨ ਮੁਕਤ ਨਹੀਂ ਹੋ ਸਕਦਾ। ਅੱਗੇ ਕਹਿੰਦੇ ਨੇ ਸਾਵਣ ਰਹਿਣ ਭੰਬੀਰੀਆਂ ਜੇ ਪਾਰ ਵਸਾਈਏ। ਕਹਿੰਦੇ ਜਿੰਨਾ ਮਰਜ਼ੀ ਯਤਨ ਕਰ ਲਈਏ, ਸਾਵਣ ਦੇ ਮਹੀਨੇ ਵਿੱਚ ਜਿਹੜੀਆਂ ਭੰਬੀਰੀਆਂ, ਭਵੱਕੜ ਜਿਹਨੂੰ ਅਸੀਂ ਕਹਿ ਦਿੰਦੇ, ਨਿੱਕੇ ਨਿੱਕੇ ਜਿਹੜੇ ਜੀਵ ਹੁੰਦੇ ਆ, ਲਾਈਟ ਦੇ ਦੁਆਲੇ ਘੁੰਮਦੇ ਆ, ਕਹਿੰਦੇ ਉਹਨੂੰ ਜਿੰਨਾ ਮਰਜ਼ੀ ਯਤਨ ਕਰ ਲਈ ਕਿ ਅਸੀਂ ਇਹਨਾਂ ਨੂੰ ਸਵੇਰ ਤੱਕ ਰੱਖੀਏ, ਉਹਨਾਂ ਦਾ ਸਮਾਂ ਸਿਰਫ ਰਾਤ ਤੱਕ ਹੀ ਹੁੰਦਾ। ਉਹ ਰਾਤ ਹੀ ਜਿਹੜੀਆਂ ਖਤਮ ਹੋ ਜਾਂਦੇ ਨੇ, ਉਹ ਭੰਬੀਰੀਆਂ ਜਿਹੜੇ ਭਵੱਕੜ ਆ ਉਹ ਰਾਤ ਨੂੰ ਹੀ ਖਤਮ ਹੋ ਜਾਂਦੇ ਨੇ। ਕਹਿੰਦੇ ਜਿਵੇਂ ਉਹਨਾਂ ਨੂੰ ਜ਼ਿਆਦਾ ਸਮੇਂ ਤੱਕ ਨਹੀਂ ਰੱਖਿਆ ਜਾ ਸਕਦਾ, ਇਸੇ ਤਰ੍ਹਾਂ ਕਹਿੰਦੇ ਤੇਰਾ ਜੀਵਨ ਵੀ ਇਹਨਾਂ ਕਰਮਾਂ ਕਰਕੇ ਮੁਕਤ ਨਹੀਂ ਹੋ ਸਕਦਾ। ਜਿੰਨਾ ਮਰਜ਼ੀ ਤੂੰ ਯਤਨ ਕਰ ਕਿ ਮੈਂ ਆਹ ਕਰਮ ਕਰਕੇ, ਆਹ ਪਖੰਡ ਕਰਕੇ ਜੀਵਨ ਮੁਕਤ ਹੋ ਜਾਵੇਗਾ, ਕਹਿੰਦੇ ਨਹੀਂ ਹੋ ਸਕਦਾ। ਕਹਿੰਦੇ ਬਿਨ ਗੁਰ ਮੁਕਤ ਨਾ ਹੋਵਈ ਫਿਰ ਆਈਏ ਜਾਈਏ। ਕਹਿੰਦੇ ਗੁਰੂ ਤੋਂ ਬਿਨਾ ਤੇਰਾ ਜੀਵਨ ਮੁਕਤ ਨਹੀਂ ਹੋ ਸਕਦਾ। ਗੁਰੂ ਤੋਂ ਬਿਨਾ ਤੇਰਾ ਜੂਨਾਂ ਵਿੱਚ, ਭਰਮਾਂ ਵਿੱਚ, ਵਹਿਮਾਂ ਵਿੱਚ ਪਿਆ ਰਹੇਗਾ। ਮਾਲਕ ਜੀ ਨੇ ਸਾਡੀ ਗੱਲ ਕਲੀਅਰ ਕੀਤੀ, ਸਾਡੇ ਭੁਲੇਖਾ ਦੂਰ ਕੀਤਾ। ਭਾਈ ਜਿੰਨਾ ਚਿਰ ਸ਼ਬਦ ਗੁਰੂ ਨਾਲ ਨਹੀਂ ਜੋੜਦਾ ਨਾ, ਉਨਾ ਚਿਰ ਤੇਰਾ ਜੀਵਨ ਸੁਖੀ ਆਨੰਦਮਈ ਨਹੀਂ ਹੋ ਸਕਦਾ। ਮਾਲਕ ਜੀ ਬਚਨ ਕਰਦੇ ਨੇ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ। ਪਾਤਸ਼ਾਹ ਜੀ ਕਹਿੰਦੇ ਨੇ ਮਾਇਆ ਮੋਹ ਦੇ ਵਿੱਚ ਫਸਿਆ ਮਨੁੱਖ ਅਨੇਕਾਂ ਜੂਨਾਂ ਵਿੱਚ ਆਉਂਦਾ ਹੈ। ਜਿਉਂਦੇ ਜੀ ਮਨੁੱਖ ਜੂਨਾਂ ਵਿੱਚ ਪਿਆ ਹੋਇਆ ਆ। ਜਿਉਂਦੇ ਜੀ ਜਿਹਦੇ ਅੰਦਰ ਲਾਲਚ ਆ, ਲੋਭ ਆ, ਉਹ ਕੁੱਤੇ ਦੀ ਜੂਨ ਚ ਪਿਆ ਹੋਇਆ। ਜਿਹੜਾ ਕਾਮ ਵਾਸ਼ਨਾ ਦਾ ਮਾਰਿਆ ਹੋਇਆ ਆ, ਉਹ ਹਾਥੀ ਦੀ ਜੂਨੇ ਪਿਆ ਹੋਇਆ ਆ। ਤੇ ਗੁਰੂ ਪਿਆਰ ਵਾਲੇ ਪਾਤਸ਼ਾਹ ਕਹਿੰਦੇ ਗੁਰ ਮੰਤਰ ਹੀਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਣੇ ਕੁਕਰੈ ਸੁਕਰੈ ਗਰਤਬੈ ਸਰਪਨੈ ਤੁਲਖਲੈ। ਕਹਿੰਦੇ ਜਿਹੜਾ ਗੁਰੂ ਦੇ ਮੰਤਰ ਤੋਂ, ਗੁਰੂ ਦੇ ਉਪਦੇਸ਼ ਤੋਂ ਵਾਂਝਾ ਆ, ਉਹ ਜਿਹੜਾ ਕੁੱਕਰ, ਕੁੱਤੇ ਦੀ ਜੂਨ ਵਿੱਚ, ਸੂਰ ਦੀ ਜੂਨ ਵਿੱਚ ਜਿਹੜਾ ਗੰਦਗੀ ਖਾ ਰਿਹਾ, ਸੂਰ ਦਾ ਕੰਮ ਕੀ ਗੰਦਗੀ ਖਾਣੀ। ਤੇ ਗੁਰੂ ਪਿਆਰ ਵਾਲਿਓ ਇਵੇਂ ਮਨੁੱਖ ਅੱਖਾਂ ਨਾਲ ਵੀ ਗੰਦਗੀ ਵੇਖ ਰਿਹਾ ਤੇ ਮੂੰਹ ਨਾਲ ਗੱਲਾਂ ਕਰਕੇ, ਵਿਚਾਰਾਂ ਕਰਕੇ ਵੀ ਗੰਦਗੀ ਖਾ ਰਿਹਾ ਆ। ਮਾਲਕ ਜੀ ਕਹਿੰਦੇ ਉਹਦਾ ਮਨੁੱਖ ਦਾ ਜੀਵਨ ਸੂਰ ਵਰਗਾ ਆ। ਪਾਤਸ਼ਾਹ ਕਹਿੰਦੇ ਨੇ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ। ਕਹਿੰਦੇ ਗੁਰੂ ਤੋਂ ਬਿਨਾ, ਗੁਰੂ ਦੀ ਸ਼ਰਨ ਆਉਣ ਤੋਂ ਬਿਨਾ ਤੇਰਾ ਜੀਵਨ ਮੁਕਤ ਨਹੀਂ ਹੋ ਸਕਦਾ। ਫਿਰ ਮੁਕਤ ਪਾਏ, ਹੁਣ ਤੇਰਾ ਜੀਵਨ ਮੁਕਤ ਕਿਵੇਂ ਹੋਣਾ ਆ? ਲਾਗ ਚਰਨੀ। ਮਾਲਕ ਜੀ ਕਹਿੰਦੇ ਜਦੋਂ ਤੂੰ ਗੁਰੂ ਦੀ ਚਰਨੀ ਵਿੱਚ ਲੱਗ ਗਿਆ। ਪਾਤਸ਼ਾਹ ਜੀ ਦੀ ਪਹਿਲੀ ਪੌੜੀ ਅਸੀਂ ਪੜ੍ਹੀ ਸੀ ਨਾ, ਜਿਉ ਰਹੇ ਗੁਰ ਨਾਲੇ। ਜਿਹੜਾ ਗੁਰੂ ਦੇ ਚਰਨਾਂ ਨਾਲ ਸੱਚੇ ਦਿਲੋਂ ਜੁੜ ਜਾਂਦਾ ਨਾ, ਉਹ ਗੁਰੂ ਦੇ ਸਨਮੁਖ ਹੋ ਜਾਂਦਾ, ਗੁਰੂ ਦੇ ਨੇੜੇ ਹੋ ਜਾਂਦਾ ਆ। ਤੇ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਨਾਲ ਚਿੱਤ ਨਹੀਂ ਜੋੜਿਆ, ਉਹ ਗੁਰੂ ਤੋਂ ਬੇਮੁਖ ਹੋਵੇ, ਉਹਨਾਂ ਦਾ ਜੀਵਨ ਮੁਕਤ ਨਹੀਂ ਹੋਇਆ। ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ। ਕਿਉਂਕਿ ਗੁਰੂ ਜਿਹੜਾ ਜੀਵਨ ਮਾਰਗ ਦਾ, ਸਹੀ ਰਾਹ ਦਾ ਸ਼ਬਦ ਸਾਨੂੰ ਸੁਣਾਉਂਦਾ, ਉਪਦੇਸ਼ ਦਿੰਦਾ ਆ ਕਿ ਭਾਈ ਆਹ ਰਾਹ ਸਹੀ ਆ, ਇਸ ਉੱਤੇ ਤੂੰ ਚੱਲ। ਗੁਰੂ ਜਿਹੜਾ ਕਿਸੇ ਨਾਲ ਜ਼ਬਰਦਸਤੀ ਨਹੀਂ ਕਰਦਾ, ਗੁਰੂ ਨੇ ਹੁਕਮ ਕਰਨਾ, ਹਰ ਰੋਜ਼ ਹੁਕਮ ਕਰਦਾ। ਤੁਰਨਾ ਜਾਂ ਨਾ ਤੁਰਨਾ ਇਹ ਸਾਡੇ ਤੇ ਡਿਪੈਂਡ ਕਰਦਾ ਆ। ਗੁਰੂ ਕਿਸੇ ਨਾਲ ਜ਼ਬਰਦਸਤੀ ਨਹੀਂ ਕਰਦਾ। ਜਿਹੜਾ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ, ਇਹ ਜਿਹੜੀ ਗੁਰਬਾਣੀ ਦੀ ਵਿਚਾਰਧਾਰਾ ਨਾ, ਇਹ ਕਿਸੇ ਨੂੰ ਜ਼ਬਰਦਸਤੀ ਨਹੀਂ ਕਹਿੰਦੀ ਭਾਈ ਤੂੰ ਆਹ ਕੰਮ ਕਰ ਜਾਂ ਆਹ ਕਰ। ਗੁਰੂ ਸਾਹਿਬ ਨੇ ਆਪਣੀ ਵਿਚਾਰ ਦੇ ਦਿੱਤੇ ਆ। ਜਿਹੜਾ ਅਪਣਾ ਲਵੇਗਾ ਉਹਦਾ ਫਾਇਦਾ, ਜਿਹੜਾ ਨਹੀਂ ਅਪਣਾਵੇਗਾ ਉਹਦਾ ਨੁਕਸਾਨ ਆ। ਪਾਤਸ਼ਾਹ ਜੀ ਕਹਿੰਦੇ ਨੇ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ। ਕਹਿੰਦੇ ਭਲਿਆ ਇਹਨੂੰ ਵਿਚਾਰ ਕੇ ਵੇਖ ਲਾ। ਇੱਕ ਵਾਰੀ ਫਿਰ ਕਹਿੰਦੇ ਵਿਚਾਰ ਕੇ ਵੇਖ ਲਾ, ਇਹਨੂੰ ਸਮਝ ਕੇ ਵੇਖ ਲਾ। ਬਿਨ ਸਤਿਗੁਰ ਮੁਕਤ ਨਾ ਪਾਏ। ਕਹਿੰਦੇ ਸਤਿਗੁਰੂ ਤੋਂ ਬਿਨਾ ਸਾਡਾ ਜੀਵਨ ਜਿਹੜਾ ਮੁਕਤ ਨਹੀਂ ਹੋ ਸਕਦਾ, ਆਜ਼ਾਦੀ ਨਹੀਂ ਮਿਲ ਸਕਦੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਜ਼ਾਦੀ ਲੈ ਕੇ ਦਿੱਤੀ ਨਾ ਉਹਨਾਂ ਨੂੰ, ਜਿਹੜੇ ਕਸ਼ਮੀਰੀ ਪੰਡਤ ਸੀ, ਜਿਨ੍ਹਾਂ ਤੇ ਜ਼ੁਲਮ ਹੋ ਰਿਹਾ ਸੀ। ਜਿਹੜੇ ਗੁਰੂ ਨਾਨਕ ਸਾਹਿਬ ਜੀ ਨੇ ਆਜ਼ਾਦੀ ਲੈ ਕੇ ਦਿੱਤੀ ਨਾ ਉਹਨਾਂ ਨੂੰ, ਜਿਹੜੇ ਲੋਕਾਂ ਨੂੰ ਨੀਵੇਂ ਸਮਝਿਆ ਜਾਂਦਾ, ਸ਼ੂਦਰ ਕਿਹਾ ਜਾਂਦਾ ਸੀ, ਔਰਤ ਨੂੰ ਆਜ਼ਾਦੀ ਦਿੱਤੀ ਨਾ ਗੁਰੂ ਨਾਨਕ ਸਾਹਿਬ ਜੀ ਨੇ। ਗੁਰੂ ਆਖਿਆ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਗੁਰੂ ਨੇ ਦਿੱਤੀ ਨਾ। ਤੇ ਜਿਵੇਂ ਸੰਸਾਰਿਕ ਤੌਰ ਤੇ ਵੇਖਿਆ ਜਾਵੇ, ਸਰੀਰਕ ਤੌਰ ਤੇ ਦੇਖਿਆ ਜਾਵੇ, ਤੇ ਜਿੰਨੇ ਗੁਰੂ ਸਾਹਿਬਾਨ ਹੋਏ ਉਹਨਾਂ ਨੇ ਆਜ਼ਾਦੀ ਦੀ ਗੱਲ ਕੀਤੀ। ਉਹਨਾਂ ਨੇ ਦੂਜਿਆਂ ਨੂੰ ਸੁਤੰਤਰ ਜੀਵਨ ਦਿੱਤਾ, ਚੰਗਾ ਜੀਵਨ ਦਿੱਤਾ। ਤੇ ਗੁਰੂ ਪਿਆਰ ਵਾਲਿਓ ਇਸੇ ਤਰ੍ਹਾਂ ਸ਼ਬਦ ਗੁਰੂ ਵੀ
ਜਿਹੜਾ ਸਾਨੂੰ ਸੁਤੰਤਰ ਜੀਵਨ ਦਿੰਦਾ। ਸਾਡਾ ਜੀਵਨ ਬੰਧਨਾਂ ਤੋਂ ਮੁਕਤ ਹੋ ਜਾਂਦਾ, ਮਨ 'ਚ ਕੋਈ ਫਿਕਰ ਨਹੀਂ। ਜਿਹੜੇ ਲੋਕ ਬੰਧਨਾਂ 'ਚ ਪਏ ਹੁੰਦੇ ਨਾ, ਉਹਨਾਂ ਨੂੰ ਬੜਾ ਫਿਕਰ, ਟੈਨਸ਼ਨ ਰਹਿੰਦੀ ਹਰ ਵੇਲੇ। ਹੁਣ ਜਿਹੜੇ ਲੋਕ ਬੰਧਨਾਂ 'ਚ ਪੈ ਜਾਂਦੇ, ਜੇ ਕੋਈ ਸਾਨੂੰ ਬੰਧਨਾਂ 'ਚ ਪਾ ਜਾਂਦਾ, ਮੰਨ ਲਓ ਜੋਤਸ਼ੀ ਆ ਸਾਨੂੰ ਬੰਧਨਾਂ 'ਚ ਪਾ ਦਿੰਦਾ ਕਿ ਭਾਈ ਆਹ ਇੱਕ ਨਾਰੀਅਲ ਲੈ ਲਈ, ਇਹਦੇ ਉੱਤੇ ਧਾਗਾ ਰੰਗ ਦਾ, ਲਾਲ ਰੰਗ ਦਾ ਲਪੇਟ ਕੇ ਇਹਨੂੰ ਪਾਣੀ ਵਿੱਚ ਸੁੱਟ ਕੇ ਆ ਜੀ। ਹੁਣ ਫਿਕਰ ਰਹਿੰਦਾ, ਜਿੰਨਾ ਚਿਰ ਸੁੱਟ ਕੇ ਨਾ ਆਈਏ ਉਹਨਾਂ ਚਿਰ ਫਿਕਰ ਹੀ ਰਹਿੰਦਾ ਆ। ਤੇ ਕਹਿੰਦੇ ਆ ਇਸ ਰੰਗ ਦੇ ਤੂੰ ਕੱਪੜੇ ਪਾਉਣੇ ਆ ਇਸ ਦਿਨ ਇਸ ਰੰਗ ਦੇ ਪਾਉਣੇ, ਇਸ ਦਿਨ ਇਸ ਰੰਗ ਦੇ ਪਾਉਣੇ ਆ। ਭਾਵ ਉਹ ਸਾਨੂੰ ਬੰਧਨਾਂ ਵਿੱਚ ਪਾ ਜਾਂਦੇ, ਸਾਡਾ ਦਿਮਾਗ ਸਿਰਫ ਉਹਨਾਂ ਵਿੱਚ ਹੀ ਲੱਗਾ ਰਹਿੰਦਾ। ਹੁਣ ਜਿਹਦੇ ਮਨ ਵਿੱਚ ਕੋਈ ਬੰਧਨ ਨਹੀਂ, ਉਹ ਟੈਨਸ਼ਨ ਫਰੀ, ਆਜ਼ਾਦ, ਜਿਹਨੂੰ ਕੋਈ ਫਿਕਰ ਨਹੀਂ ਹੈ ਜੀਵਨ ਦੇ ਵਿੱਚ। ਗੁਰੂ ਪਿਆਰ ਵਾਲੇ ਨੂੰ ਫਿਕਰ ਇਸ ਗੱਲ ਦਾ ਕਿ ਮੇਰਾ ਜੀਵਨ ਆਜ਼ਾਦ ਆ, ਮੇਰਾ ਜੀਵਨ ਵਿਕਾਰਾਂ ਤੋਂ ਬਚ ਗਿਆ, ਹੁਣ ਮੈਂ ਮੁੜ ਕੇ ਮਾੜੇ ਕੰਮਾਂ ਦੇ ਵਿੱਚ ਨਾ ਪੈ ਜਾਵਾਂ। ਸੋ ਸਤਿਗੁਰੂ ਜੀ ਕਿਰਪਾ ਰਹਿਮਤ ਕਰਨ, ਗੁਰੂ ਦੇ ਚਰਨਾਂ ਨਾਲ ਜੁੜੀਏ। ਗੁਰੂ ਕੌਣ ਆ? ਬਾਣੀ ਗੁਰੂ, ਗੁਰੂ ਹੈ ਬਾਣੀ। ਹੋਰ ਕਿਸੇ ਗੁਰੂ ਦੀ ਗੱਲ ਨਹੀਂ ਕੀਤੀ, ਸਿਰਫ ਗੁਰੂ ਬਾਣੀ ਗੁਰੂ ਦੀ ਗੱਲ ਕੀਤੀ। ਸ਼ਬਦ ਗੁਰੂ ਦੇ ਨਾਲ ਜੁੜਨਾ ਆ, ਕਿਸੇ ਹੋਰ ਗੁਰੂ ਨਾਲ ਨਹੀਂ ਜੁੜਨਾ। ਸ਼ਬਦ ਗੁਰੂ ਨੇ ਸਾਡੇ ਜੀਵਨ ਦਾ ਪਾਰ ਉਤਾਰਾ ਕਰਨਾ ਆ, ਗਿਆਨ ਗੁਰੂ ਨੇ ਸਾਡੇ ਜੀਵਨ ਦਾ ਪਾਰ ਉਤਾਰਾ ਕਰਨਾ ਆ। ਮਾਲਿਕ ਜੀ ਕਿਰਪਾ ਕਰਨ। ਵਿਚਾਰਾਂ ਕਰਦੇ ਹਾਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।